हाँ जी, गुड इवनिंग जी। गुड इवनिंग सर। गुड इवनिंग जी, गुड इवनिंग। आ जाओ जी, जल्दी अपा स्टार्ट करें। जल्दी से स्टूडेंट 9 स्टूडेंट ऐड हो चुके हैं। 10। गुड इवनिंग गुरप्रीत जी, गुड इवनिंग जी। वेरी गुड इवनिंग निर्मल कौर। गुड इवनिंग निशु। ठीक हो सारे? बढ़िया। समर मकर, गुड इवनिंग जी। बढ़िया सर, ठीक है जी। हाँ, मैं भी बहुत बढ़िया हूँ जी। आज का टॉपिक क्या है? आज का टॉपिक है टेस्ट होगा या नहीं होगा। सर पेपर पोस्टपोन हो गया, तुसी कल क्लास नहीं सी था। हाँ राइट, मेरे ना होने कारण टेस्ट पोस्टपोन हो गया। अगर मैं कल क्लास लगाई होंदी तो टेस्ट पोस्टपोन नहीं होना सी जी। गुड इवनिंग अंजलि, गुड इवनिंग जी। फिर नहीं होना सी, राइट। सही है। ठीक हो? हाँ जी, हाँ जी, बढ़िया हूँ मैं जी। पूजा गुड इवनिंग जी। बाकी मैं आपको बता दूं, जो भी रिकमेंडेशंस हो रही हैं, आपको शायद पता चल गया होगा कि जो अदर स्टेट वाली गवर्नमेंट हैं वो इन बच्चों को जो वॉलंटियर हैं या जो भी हैं उनको थोड़े से मार्क्स एक्स्ट्रा में दे रही हैं। तो इनकी भी डिमांड यही है, हमें भी ऐसी कोई बच्चे वॉलंटियर होंगे या वर्कर्स होंगे जो ये डिमांड करते हैं। अकॉर्डिंग टू सिस्टम अगर देखें सही भी है। अभी चलो इन्होंने इतनी देर जॉब करी है तो इनके लिए कुछ एक्स्ट्रा बनता है। और टेस्ट में तो चलो सबके लिए इक्वलिटी रहेगी, जो बच्चे जहां तक रहेंगे वहां तक मार्क्स ले जाएंगे, है ना। तो पर सर है ना, डिफरेंस बहुत ज्यादा है। हाँ। जी सर 25 मार्क्स मांग रहे हैं। हाँ बस यही है, बट ये डिपेंड करता है ना गवर्नमेंट क्या डिसाइड करती है। ठीक है, गवर्नमेंट क्या डिसाइड करती है ना। हाँ, बाकी मैं आपको बूस्ट कर देता हूं कि आपकी कोई गलती नहीं है, सिस्टम ऐसा है। सिस्टम कुछ ऐसा है तो या तो हम सिस्टम को कुछ ऐसा कर दे भी, मतलब कि जो हम चाहें वही हो, तो या हमें सिस्टम को ऐसे अडॉप्ट कर लेना चाहिए। यार कोई भी
हमारे सामने सिचुएशन हो तो हमने पार कर जाना है। मैं ਤੁਹਾਨੂੰ मतलब कि एग्जाम तो क्वालिटी के बेस, हाँ क्वालिटी के बेस पे ही होगा जी सर। मतलब ਤੁਸੀਂ ਇੱਕ ਗੱਲ ਨੂੰ ਧਿਆਨ ਨਾਲ ਸੁਣੋ, ਉਹ ਵੀ ਸਟੂਡੈਂਟਸ ਨੇ ਜਿਹੜੇ 100 ਦੇ ਵਿੱਚੋਂ 90 ਮਾਰਕਸ ਲੈ ਰਹੇ ਨੇ, ਉਹ ਵੀ ਸਟੂਡੈਂਟ ਨੇ ਜਿਹੜੇ 100 ਵਿੱਚੋਂ 85 ਮਾਰਕਸ ਲੈ ਰਹੇ ਨੇ। ਤਾਂ ਵਾਈ मतलब कि ਕਿਉਂ ਤੁਸੀਂ ਆਪਣੇ ਆਪ ਨੂੰ ਉਹਨੇ ਮਾਰਕਸ ਤੱਕ ਰੱਖਿਆ ਹੋਇਆ ਹੈ ਕਿ ਪਤਾ ਨਹੀਂ ਅਸੀਂ ਕੰਪੀਟੀਸ਼ਨ ਦੇ ਵਿੱਚ ਆਵਾਂਗੇ। ਤੁਸੀਂ ਇਹ ਦੇਖੋ ਕਿ ਤੁਸੀਂ ਆਪਣੇ ਆਪ ਨੂੰ ਇੰਨਾ ਬੂਸਟ ਕਰ ਲਓ, ਇੰਨਾ ਬੂਸਟ ਕਰ ਲਓ ਵੀ ਕੋਈ ਵੀ ਤੁਹਾਡੇ ਕੋਲ ਸਿਚੁਏਸ਼ਨ ਹੈ, ਅਗਰ ਤੁਸੀਂ ਅੱਜ 10 ਦਿਨ ਦੇ ਵਿੱਚ ਇੰਨਾ ਸਿਲੇਬਸ ਕਵਰ ਅਪ ਕਰ ਸਕਦੇ ਹੋ ਤਾਂ ਇਹ ਸੋਚੋ ਕਿ ਅਗਰ ਤੁਹਾਡੇ ਕੋਲ 20 ਡੇਜ਼ ਹੋਰ ਮਿਲਦੇ ਨੇ, ਹਾਂ ਨਿਸ਼ੂ ਜਸਟ ਵੇਟ, 20 ਡੇਜ਼ ਜਾਂ 30 ਡੇਜ਼ ਹੋਰ ਮਿਲਦੇ ਨੇ ਤਾਂ ਤੁਸੀਂ ਕਿਸ ਲੈਵਲ ਤੇ ਜਾ ਸਕਦੇ ਹੋ। ਅਗਰ ਉਹ ਮਾਰਕਸ ਦੀ ਡਿਮਾਂਡ ਕਰਦੇ ਨੇ ਤਾਂ ਤੁਸੀਂ ਆਪਣੀ એનર્ਜੀ ਤੇ ਆਪਣੀ ਨੌਲੇਜ ਦੀ ਡਿਮਾਂਡ ਕਰੋ। ਠੀਕ ਹੈ, ਹਾਂਜੀ ਨਿਸ਼ੂ ਕੁਝ ਕਹਿਣਾ ਚਾਹੁੰਦੇ ਹੋ, ਬੋਲੋ। 2-4 ਮਿੰਟ ਹੀ ਆਪਾਂ ਡਿਸਕਸ ਕਰਾਂਗੇ ਦੈਨ ਟੌਪਿਕ ਆਪਾਂ ਸਟਾਰਟ ਕਰਾਂਗੇ। ਹਾਂਜੀ ਨਿਸ਼ੂ, ਹਾਂਜੀ ਹਾਂਜੀ, ਗੁੱਡ ਈਵਨਿੰਗ ਸਰ। ਗੁੱਡ ਈਵਨਿੰਗ ਜੀ, ਗੁੱਡ ਈਵਨਿੰਗ ਸਰ। ਐਕਚੁਅਲੀ ਇਹ ਵੀ ਚਲੋ ਉਹ ਕੋਈ ਗੱਲ ਨਹੀਂ 25 ਮਾਰਕਸ ਦੀ। ਜੀ 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 ਉਹ ਪ੍ਰਾਈਵੇਟ ਗਵਰਨਮੈਂਟ ਟੀਚ ਕਰ ਰਹੇ ਨੇ ਈਜੀਐਸ ਸੈਂਟਰ ਚ। ਜੀ ਜੀ ਨਿਸ਼ੂ, ਹਾਂ ਹੈਲੋ, ਹਾਂ ਬੋਲੋ ਬੋਲੋ ਬੋਲੋ। ਸਰ ਪ੍ਰਾਈਵੇਟ ਵੀ ਤਾਂ ਟੀਚਰ ਟੀਚ ਕਰ ਰਹੇ, ਐਕਸਪੀਰੀਅੰਸ ਤਾਂ ਉਹਨਾਂ ਕੋਲ ਵੀ, ਹੁਣ ਮੇਰੇ ਕੋਲ 7 to 8 ਇਅਰਸ ਦਾ ਐਕਸਪੀਰੀਅੰਸ ਹੈ। ਤੇ ਅਗਰ ਉਹ ਗਵਰਨਮੈਂਟ ਚ ਪੜ੍ਹਾ ਰਹੇ ਦੂਸਰੇ ਬੱਚਿਆਂ ਨੂੰ ਤਾਂ ਐਵੇਂ ਡਿਸਕ੍ਰਿਮੀਨੇਸ਼ਨ ਨਹੀਂ ਕਰਨੀ ਚਾਹੀਦੀ ਨਾ। ਹਾਂ 25 ਮਾਰਕਸ ਸਰ, ਇਹ ਨਹੀਂ ਕਹਿ ਰਹੀ ਵੀ ਕੋਈ ਜ਼ਿਆਦਾ ਜਾਂ ਘੱਟ ਹੈ ਜਾਂ ਆਪਾਂ ਉਹਦੇ ਨਾਲੋਂ ਡੀਮੋਟੀਵੇਟ ਹੋ ਰਹੇ ਹਾਂ। ਬਟ ਸਰ ਅਗਰ ਤੁਸੀਂ ਉਹਨਾਂ ਨੂੰ ਕੋਈ ਦੇਣਾ ਚਾਹੁੰਦੇ ਹੋ, ਪ੍ਰੈਫਰੈਂਸ ਦੇਣਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਅਲੱਗ ਕੋਟੇ ਤੋਂ ਸਿੱਧਾ ਹੀ ਜੁਆਇਨ ਕਰਵਾ ਦੇਣ, ਫਿਰ ਸਾਨੂੰ ਕੋਈ ਦਿੱਕਤ ਵੀ ਨਹੀਂ ਹੈ। ਰਾਈਟ, ਹਾਂ ਬਟ ਉਹ ਸਿਸਟਮ ਜਿਵੇਂ ਕੱਲ ਕਹਿ ਰਹੇ, ਨਹੀਂ ਕੱਲ ਕਹਿ ਰਹੇ 5000 ਪੋਸਟ ਉਹਨਾਂ ਨੇ ਹੋਰ ਡਿਕਲੇਅਰ ਕਰਤੀਆਂ। ਠੀਕ ਹੈ, ਤਾਂ ਤੁਸੀਂ ਉਹ ਡਿਕਲੇਅਰ ਕਰਨ ਦੀ ਬਜਾਏ ਉਹਨਾਂ ਦੀ ਜੁਆਇਨਿੰਗ ਕਰਵਾ ਦਿੰਦੇ। ਹਾਂ ਜਿਹੜੇ ਬੱਚੇ ਉਸ ਐਲੀਜੀਬਿਲਟੀ ਦੇ ਵਿੱਚ ਹੈਗੇ ਸੀ, ਹੈ ਨਾ, ਹਾਂਜੀ ਹਾਂਜੀ, ਜਿਹੜੇ ਉਹਨਾਂ ਨੂੰ ਈਜੀਐਸ ਸਿੱਧਾ ਹੀ ਵਲੰਟੀਅਰ ਜੁਆਇਨ ਕਰਵਾ ਵਗੈਰਾ, ਹਾਂ ਦਿੰਦੇ। ਉਹਨਾਂ ਵਿੱਚ ਹੈਗੇ ਸੀ, ਉਹਨਾਂ ਨੂੰ ਅਲੱਗ ਤੋਂ, ਉਹਨਾਂ ਦਾ ਅਲੱਗ ਤੋਂ ਕ੍ਰਾਈਟੇਰੀਆ ਹੀ ਬਣਾ ਦਿੰਦੇ, ਹੈ ਨਾ, ਵੀ ਤਾਂ ਕਿ ਉਹ ਜੁਆਇਨ ਕਰ ਫਿਰ ਲੈਣ। ਹੁਣ ਪਤਾ ਕੀ ਹੈ ਸਰ, ਮੰਨ ਲਓ ਅਗਰ ਇਹ ਏਦਾਂ ਦਾ ਕੁਝ ਹੁੰਦਾ ਹੈ ਜੀ ਨਾ, ਹੁਣ ਇਹ ਤੇ ਐਗਜ਼ਾਮ ਦਾ ਰਿਜ਼ਲਟ ਆਉਣ ਲੱਗੇ ਵੀ ਬਹੁਤ ਕੁਝ ਪੰਗੇ ਪੈਣਗੇ, ਕੋਈ ਰਿਟ ਲਗਾਏਗਾ, ਕੋਈ ਕਿਸ ਬੇਸ ਤੇ ਲਗਾਏਗਾ। ਜੀ ਜ਼ਿਆਦਾ ਜੌਬਸ ਹੋ ਜਾਂਦੀਆਂ, ਉਹ ਜ਼ਿਆਦਾ ਕ੍ਰੈਕ ਕਰ ਲੈਂਦੇ ਐਗਜ਼ਾਮ, ਜੀ ਜੀ ਆਪਣੇ ਘੱਟ ਰਹਿ ਜਾਂਦੇ ਆ। ਚਲੋ ਇਹ ਤਾਂ ਫਿਰ ਡਜ਼ਨਟ ਉਹ, ਮੈਟਰ, ਇਹ ਤਾਂ ਦੇਖੋ ਨਿਸ਼ੂ ਵੀ ਇਹ ਚੀਜ਼ਾਂ ਤਾਂ ਚੱਲਦੀਆਂ ਰਹਿਣਗੀਆਂ। ਮੈਂ ਤਾਂ ਹੀ ਕਹਿ ਰਿਹਾ ਵੀ ਆਪਾਂ ਹਾਂਜੀ ਹਾਂਜੀ ਗਵਰਨਮੈਂਟ ਨੂੰ ਪਾਲਿਸੀਜ਼ ਦੇਖੋ, ਪਹਿਲਾਂ ਪੀਐਸ ਟੈਟ ਨਹੀਂ ਸੀ, ਲਿਸਨ ਕੇਅਰਫੁਲੀ, ਹਾਂਜੀ ਪਹਿਲਾਂ ਡਾਇਰੈਕਟ ਜੌਬ ਸੀ, ਹਾਂਜੀ ਦੈਨ ਪੀਐਸ ਟੈਟ ਆ ਗਿਆ, ਪੀਐਸ ਟੈਟ ਸੀ, ਹਾਂਜੀ ਆਫਟਰ 1 or 2 ਇਅਰਸ ਬਾਅਦ ਸੈਕੰਡ ਪੇਪਰ ਆ ਗਿਆ, ਹੈ ਨਾ। ਪਹਿਲਾਂ ਈਟੀਡੀ ਵਾਲੇ ਬੱਚੇ ਹਾਂਜੀ ਅਲੱਗ ਹਾਂਜੀ ਵਰਕ ਕਰਦੇ ਸੀ, ਬੀਐਡ ਵਾਲੇ ਅਲੱਗ ਕਰਦੇ ਸੀ, ਹੁਣ ਬੀਐਡ ਵਾਲੇ ਈਟੀਡੀ ਵਾਲਿਆਂ ਨੂੰ ਕੰਬਾਈਨ ਕਰਤਾ, ਸੇਮ ਪੇਪਰ ਵਿੱਚ ਕਨਕਲੂਡ ਕਰਤਾ। ਸੋ ਮਤਲਬ ਕਿ ਇਹ ਡਿਫਰੈਂਟ ਪਾਲਿਸੀਜ਼ ਬਣਦੀਆਂ ਜਾਣਗੀਆਂ। ਦੇਖੋ ਮੈਂ ਤਾਂ ਇੱਕ ਗੱਲ ਕਹਿਣਾ ਕਿ ਤੁਸੀਂ ਇਸ ਤਰੀਕੇ ਨਾਲ ਆਪਣੇ ਆਪ ਨੂੰ ਤਿਆਰ ਰੱਖੋ, ਅਗਰ ਤੁਸੀਂ ਇੰਡੀਆ ਦੇ ਵਿੱਚ ਸਰਵਾਈਵ ਕਰਨਾ ਹੈ, ਅਪ ਟੂ ਡੇਟ ਆਪਣੇ ਆਪ ਨੂੰ ਰੱਖੋ। ਮੈਂ ਤੁਹਾਨੂੰ ਇੱਕ ਆਦਤ ਪਾ ਕੇ ਜਾਵਾਂਗਾ ਕਿ ਅਗਰ ਆਪਣਾ 27 ਤੱਕ ਬੈਚ ਕਲੀਅਰ ਹੁੰਦਾ ਹੈ, ਹੋ ਜਾਏਗਾ, ਮੈਨੂੰ ਪਤਾ ਹੈ ਮੈਂ ਕਲੀਅਰ ਕਰਨਾ ਹੈ, ਬਟ ਉਸ ਤੋਂ ਬਾਅਦ ਤੁਸੀਂ ਹਾਂਜੀ ਮਿਨੀਮਮ 1 ਆਰ 1 to 2 ਆਵਰਸ ਜਿਹੜਾ ਹੈ ਉਹ ਆਪਣਾ ਕੰਟੀਨਿਊ ਆਰਡਰ ਰੱਖੋ ਆਪਣੀ ਸਟੱਡੀ ਦੇ ਵਿੱਚ। ਕਿਸੇ ਦੇ ਉੱਪਰ ਬੇਸ ਮਤ ਰਹੋ, ਨਾ ਗਵਰਨਮੈਂਟ ਦੇ ਬੇਸ ਰਹੋ, ਨਾ ਅਦਰਸ ਪ੍ਰਾਈਵੇਟ ਸੈਕਟਰਸ ਤੇ ਬੇਸ ਰਹੋ। ਤੁਸੀਂ ਆਪਣੀ ਐਲੀਜੀਬਿਲਟੀ ਨੂੰ ਕਵਰ ਅਪ ਕਰੋ, ਆਪਣੇ ਆਪ ਨੂੰ ਅਪਡੇਟ ਕਰੋ, ਦੈਟਸ ਇਟ। ਕੁਝ ਵੀ ਹੋਵੇ, ਹਾਂਜੀ ਹਾਂਜੀ ਆਈ ਐਮ ਰੈਡੀ, ਠੀਕ ਹੈ ਨਾ। ਹਾਂਜੀ ਹਾਂਜੀ, ਬਹੁਤ ਵਧੀਆ ਸਰ, हाँ ਬਹੁਤ ਵਧੀਆ ਕਹਿ ਰਹੇ ਹੋ ਤੁਸੀਂ। जी थैंक यू जी, थैंक हाँ यू। ठीक है। अंजलि कह रही थी सर आई हैव 10 ईयर एक्सपीरियंस। अंजलि आप तो भाई अपना स्कूल खोलो, अपना स्कूल खोलो, अपना कुछ मैनेजमेंट सेटअप करो। अगर आपके पास 10 इयर्स, सर ये भी कह रहे हैं कि एनटीटी भी इग्नू यूनिवर्सिटी ही होनी है लेनी है। हाँ जी गुरदीप, ये तो मतलब श्योर हो जाएगा पेपर तो बाद, हाले ਇਹਦੇ ਬਾਰੇ ਕੋਈ श्योरिटी नहीं है, है ना। ਸੋ ਅੰਜਲੀ ਅਗਰ ਤੁਸੀਂ ਇੰਨੇ ਅੱਛੇ ਐਕਸਪੀਰੀਅੰਸਡ ਹੋ ਤਾਂ ਚਲੋ ਸੁਜੈਸ਼ਨ ਮੈਂ ਤੁਹਾਨੂੰ ਦਵਾਂਗਾ। ਅਗਰ ਆਪਾਂ ਸਰ ਐਸਾ ਵੀ ਹੈ, ਹਾਂ ਹਾਂ ਆਪਾਂ ਡਿਸਕਸ ਕਰਦੇ, ਪਰਸਨਲੀ ਟਾਕ ਕਰਦੇ ਹਾਂ, ਠੀਕ ਹੈ, ਫੋਨ ਨੰਬਰ ਦੇ ਨਾਲ ਆਪਾਂ ਕੰਟੈਕਟ ਕਰਕੇ ਦੈਨ ਡਿਸਕਸ ਕਰਦੇ। ਚਲਿਏ ਹੁਣ ਆਪਾਂ ਆਪਣਾ ਕੰਟੈਂਟ ਵੱਲ ਚੱਲਦੇ ਹਾਂ। ਲੈਟਸ ਸਟਾਰਟ ਗੁਰਪ੍ਰੀਤ, ਲੈਟਸ ਸਟਾਰਟ। ਗੁਰਪ੍ਰੀਤ ਗੁੱਸੇ ਹੋ ਰਹੀ ਹੈ ਜਾਂ ਹੋ ਰਿਹਾ ਹੈ ਗੁਰਪ੍ਰੀਤ? चलिए
नहीं नहीं, मैं माइंड नहीं कर रहा जी। नॉलेज अबाउट प्री प्राइमरी करिकुलम ते नॉलेज एंड स्किल इन प्री प्राइमरी टीचिंग मैथोडोलॉजी। ठीक है जी, अच्छा टॉपिक है, सिंपल टॉपिक है। कंटेंट अज आप पढ़ांगे ते तुहाडियां पीडीएफ्स रेडी ने, कल इवनिंग तक तुहानू पीडीएफ्स क्वेश्चंस दियां मिल जाणगियां, अकॉर्डिंग टू टॉपिक स्टार्ट हो जाणगियां कल फाइनल, कल तो लेट नहीं होएगा। ठीक है जी। नाउ हेलो सर। जी बोलो। हाँ जी हाँ सर जी। कल वाला अपना लेक्चर ਜਿਹੜਾ ਸੀਗਾ ਉਹ ਆਵਾਜ਼ ਕਲੀਅਰ ਨਹੀਂ ਆ ਰਹੀ ਕਰਕੇ ਪੈਂਡਿੰਗ ਆ, ਉਹ ਦੁਬਾਰੇ ਲੱਗੇਗਾ ਸਰ ਉਹ? ब्रदर अपना टॉपिक केड़ा सी कल? ਵੈਕਸੀਨੇਸ਼ਨ ਨਾਲ ਸੀ ਸਰ। ਜਿਹੜਾ ਮੈਮ ਨੇ ਲਗਾਇਆ ਸੀ, ਹਾਂਜੀ ਮੈਡਮ। ਹਾਂਜੀ ਲਗਾਇਆ ਸੀ ਹਾਂਜੀ। ਅੱਛਾ ਤੁਸੀਂ ਅੱਛੇ ਤਰੀਕੇ ਨਾਲ ਸੁਣ ਨਹੀਂ ਸਕੇ। ਦੇਖੋ ਵੈਕਸੀਨੇਸ਼ਨ ਦਾ सर मैं वो कंप्लीट भी कंप्लीट नहीं हुआ है नहीं सर, हुआ अनकंप्लीट है वो। अनकंप्लीट है, चलो कोई नहीं, मैं ਟੈਕਨੀਕ हाँ मैं ਉਹਨਾਂ ਨੂੰ ਕੰਪਲੀਟ ਵੀ ਕਰਵਾ ਦਾਂਗਾ ਤੇ ਮੈਡਮ ਨੂੰ ਵੀ ਕਹਿ ਦਾਂਗਾ ਤੇ ਕੋਈ ਗੱਲ ਨਹੀਂ ਉਹਨੂੰ ਕਵਰ ਅਪ ਕਰਾ ਦਾਂਗੇ। ਹਾਂ ਹਾਂ ठीक है ना, करवा देंगे, डोंट वरी, ਉਹਨਾਂ ਨੂੰ ਹੋ ਜਾਏਗਾ। चलिए ਹੁਣ ਆਪਾਂ ਨਾ ਆਪਣਾ ਟੌਪਿਕ ਸਟਾਰਟ ਕਰਦੇ ਹਾਂ, ਲੈਟਸ ਸਟਾਰਟ। चलो जी, करिकुलम की है, जर्नल तौर पे पढ़ लो, स्क्रीन ਤੁਹਾਡੇ सामने है, जर्नल तौर ਤੇ ਉਹਨੂੰ ਆਪਾਂ ਸਟੱਡੀ ਕਰਦੇ ਹਾਂ। ਪਾਠਕ੍ਰਮ ਨੂੰ ਮਾਨਵ ਜਾਤੀ ਦੇ ਸਮੁੱਚੇ ਗਿਆਨ ਅਤੇ ਅਨੁਭਵ ਦਾ ਕੇਂਦਰ ਬਿੰਦੂ ਸਮਝਣਾ ਚਾਹੀਦਾ ਹੈ। स्टूडेंट ऐड हो रहे ने, लेट क्यों होंगे हो? अगर 5 बजे का टाइम है तो 5 बजे ऐड हो जाया करो। पाठक्रम नू मानव जाति दे समूचे ज्ञान का, इंग्लिश दे विच तुहाडे कोल ऊपर है, करिकुलम शुड बी कंसर्नड एज एन एपिटोम ऑफ द राउंडेड होल ऑफ द नॉलेज एंड एक्सपीरियंस ऑफ द ह्यूमन रेस। ह्यूमन लाइफ एक रेस है जिहदे विच कंप्लीट है ਤੇ ਉਹਦੇ ਵਿੱਚ ਅਸੀਂ ਉਸ ਨੂੰ ਪੂਰਾ ਇੱਕ ਸੈਂਟਰਲ ਪੁਆਇੰਟ ਮੰਨਦੇ ਹਾਂ। ਕਰਿਕੂਲਮ ਨੋਟ ਆਰ ਰਿਲੇਟਡ ਵਿਦ ਸਟੱਡੀ। ਪਹਿਲਾਂ ਤਾਂ ਇਹ ਦੇਖ ਲਓ ਕਰਿਕੂਲਮ ਦੇ ਵਿੱਚ ਆ ਕੀ ਰਿਹਾ ਹੈ। ਕਰਿਕੂਲਮ ਦੇ ਵਿੱਚ ਪਹਿਲਾਂ ਆ ਰਿਹਾ ਜੀ ਸਿਲੇਬਸ, ਦੂਜੇ ਨੰਬਰ ਤੇ ਆ ਰਿਹਾ ਜੀ ਪਾਠ ਸਹਾਇਕ ਕਿਰਿਆਵਾਂ ਤੇ ਤੀਸਰੇ ਨੰਬਰ ਤੇ ਆ ਰਿਹਾ ਜੀ ਬਾਹਰੀ ਵਾਤਾਵਰਣ। ਇੰਗਲਿਸ਼ ਦੇ ਵਿੱਚ ਮੈਂ ਲਿਖਵਾ ਦੇਣਾ, ਸਿਲੇਬਸ ਕਰਿਕੂਲਮ ਦੇ ਵਿੱਚ ਕੀ ਇਨਵੋਲਵ ਹੈ, ਸਿਲੇਬਸ प्लस पाठ सहायक क्रियावां नूं की किया जाता है, को करिकुलर एक्टिविटीज एंड एक्सटर्नल एनवायरनमेंट। These are the three things involved in the curriculum. Clear? So ये तीन चीज़ां करिकुलम ते इन्वॉल्व ने ते जिहड़ा करिकुलम हुंदा वो एक तरह का की हुंदा जी सेंट्रल पॉइंट हुंदा है। अगर आप स्टडी की गल करांगे तां भी ते जेकर आप लाइफ की गल करांगे तां भी एक करिकुलम सैटअप होना जरूरी है। फ्रोबल भाजी ने नाउ करिकुलम जिहड़ा शब्द है, जिहड़ा कि पाठक्रम शब्द है करिकुलम लैटिन लैंग्वेज तो निकलिया है। कुरियर शब्द मतलब कि तैयार होया दा ਤੇ ਦੈਨ ਇਹਦਾ ਜਿਹੜਾ ਮੀਨਿੰਗ ਹੈ ਉਹ ਹੈ ਜੀ ਟੂ ਰਨ। ਇਹ ਜਨਰਲ ਚੀਜ਼ ਆਪਾਂ ਕੀਤੀ ਹੋਈ ਹੈ ਬਟ ਮੈਂ ਥੋੜਾ ਸਾ ਰਿਮਾਈਂਡਰ ਦੇਣ ਵਾਸਤੇ ਲਿਖ ਦਿੱਤਾ। ਮੈਨੂੰ ਸਟੂਡੈਂਟ ਦੱਸਣਗੇ, ਮੈਂ ਮੈਮੋਰੀ ਦੇ 4 ਸਟੈਪਸ ਲਿਖੇ ਸੀ। ਕੋਈ ਵੀ ਬੱਚਾ ਅਨਮਿਊਟ ਕਰਕੇ ਜਲਦੀ ਤੋਂ ਜਲਦੀ ਦੱਸੇ ਕਿ ਸਭ ਤੋਂ ਪਹਿਲਾਂ ਮੈਮੋਰੀ ਦਾ ਕਿਹੜਾ ਸਟੈਪ ਆਉਂਦਾ ਹੈ। ਪਤਾ ਚੱਲ ਜਾਏਗਾ ਕਿ ਤੁਸੀਂ ਕਿੰਨੀ ਕੁ ਸੈਂਸ ਦੇ ਨਾਲ ਕੰਮ ਕਰ ਰਹੇ ਹੋ। ਹਰੀ ਅਪ, ਐਨੀਵਨ, अच्छा लगेगा। हाँ जी गुरप्रीत जी की क्या है तुसी? थैंक
थैंक यू। हाँ जी, कोई स्टूडेंट? हेलो। जी जी बोलिए। हाँ जी सर, मेमोरी के लेवल कैसे, जो आपने टीचिंग के लेवल नहीं बताए नहीं, थे? ਮੈਮੋਰੀ ਦੇ 4 ਸਟੈਪਸ ਦੱਸੇ ਸੀ ਜਿਹਦੇ ਨਾਲ ਆਪਣੀ ਯਾਦਾਸ਼ਤ ਤੇਜ਼ ਹੁੰਦੀ ਹੈ। ओके ओके सर, वो था लर्निंग फर्स्ट, जी, रिटर्नशिप, रिकॉल, और एक कौन सा था, रिकॉग्नाइजेशन। वेरी गुड। व्हाट्स योर नेम? अंजलि। अंजलि, वेरी नाइस। थैंक यू सर। ओके, चरणजीत कौर ने लिख दिता है लर्निंग, रिटेंशन, रिकॉल, रिकॉग्नाइजेशन। चरणजीत गुड। सुमन का भी रिप्लाई आ गया, ठीक है। हाँ, ਇਹ ਮੈਮੋਰੀ ਨੂੰ ਇੰਪਰੂਵ ਕਰਨ ਦੇ ਸਟੈਪਸ ਨੇ। ਸਭ ਤੋਂ ਪਹਿਲਾਂ ਆਪਾਂ ਨੂੰ ਸਿੱਖਣਾ ਚਾਹੀਦਾ ਹੈ, ਫਿਰ ਧਾਰਨ ਕਰਨਾ ਚਾਹੀਦਾ ਹੈ, ਫਿਰ ਉਹਨੂੰ ਦੁਬਾਰਾ ਯਾਦ ਕਰਨਾ ਚਾਹੀਦਾ ਹੈ, ਫਿਰ ਪਛਾਣ ਕਰਨਾ ਚਾਹੀਦਾ ਹੈ, ਠੀਕ ਹੈ। ਸੋ ਕੱਲ ਮੈਨੂੰ ਇੱਕ ਸਟੂਡੈਂਟ ਨੇ ਪੁੱਛਿਆ ਸੀ, ਸ਼ਾਇਦ ਗੁਰਦੀਪ ਨੇ ਪੁੱਛਿਆ ਸੀ ਕਿ ਕਿੰਨੇ ਪੁੱਛਿਆ ਸੀ, ਸਰ ਅਸੀਂ ਚੀਜ਼ਾਂ ਨੂੰ ਯਾਦ ਕਿਵੇਂ ਕਰਾਂਗੇ। ਮੈਂ ਤੁਹਾਨੂੰ ਕਿਹਾ ਸੀ ਮੈਂ ਲਾਸਟ ਡੇ ਤੁਹਾਨੂੰ ਟੌਨਿਕ ਦਵਾਂਗਾ। ਟੌਨਿਕ ਕਹਿੰਦਾ ਮਤਲਬ ਇਹ ਜਿਹਾ ਤੁਹਾਨੂੰ ਮੂਲ ਮੰਤਰ ਦਵਾਂਗਾ ਜੋ ਤੁਹਾਡੇ ਇਸ ਟੈਸਟ ਵਾਸਤੇ, ਨੈਕਸਟ ਟੈਸਟ ਵਾਸਤੇ ਬਹੁਤ ਹੈਲਪ ਰਹੇਗਾ, ਠੀਕ ਹੈ। ਕੋਈ ਉਹ ਨਹੀਂਗਾ, ਕੋਈ ਘੋਲ ਕੇ ਪਿਆਣ ਵਾਲੀ ਦਵਾਈ ਨਹੀਂ ਹੈਗੀ, ਜਸਟ ਇੱਕ ਸਿਸਟਮ ਹੈ ਮੇਰਾ ਆਪਣਾ ਖੁਦ ਦਾ, ਠੀਕ ਹੈ। ਸੋ ਇਹ ਚੀਜ਼ਾਂ ਤੁਹਾਨੂੰ ਥੋੜਾ ਜਿਹਾ ਐਕਟੀਵੇਟ ਕਰਦੀਆਂ। ਚਲੋ, ਟਾਈਪਸ ਆਫ ਕਰਿਕੂਲਮ ਦੀ ਗੱਲ ਕਰੀਏ ਤਾਂ ਟਾਈਪਸ ਆਫ ਕਰਿਕੂਲਮ ਜਨਰਲ ਤੌਰ ਤੇ ਕੁਝ ਇੱਕ ਕਰਿਕੂਲਮਸ ਆਪਣੇ ਕੋਲ ਨੇ, ਜਨਰਲ ਚੀਜ਼ਾਂ ਨੇ, ਬੜੀਆਂ ਅੱਛੀਆਂ ਨੇ, ਪੇਪਰ ਵਿੱਚ ਪੁੱਛੀਆਂ ਜਾ ਸਕਦੀਆਂ ਨੇ। ਸੋ ਆਪਾਂ ਇਹਦੇ ਬਾਰੇ ਡਿਸਕਸ ਕਰ ਲਈ ਜਲਦੀ ਨਾਲ, ਸੌਖੀਆਂ ਨੇ ਜਿਨ੍ਹਾਂ ਪਰ ਜ਼ਿਆਦਾ ਟਾਈਮ ਨਹੀਂ ਲਗਾਉਣਾ, ਠੀਕ ਹੈ। ਸਭ ਤੋਂ ਪਹਿਲੇ ਜੀ ਟ੍ਰੈਡੀਸ਼ਨਲ ਤੇ ਸਬਜੈਕਟ ਸੈਂਟਰ, ਜਿਹਨੂੰ ਆਪਾਂ ਪੁਰਾਣਾ ਕਰਿਕੂਲਮ ਕਹਿ ਦਿੰਦੇ ਹਾਂ, ਪੁਰਾਤਨ ਸਮੇਂ ਦਾ। ਟੀਚਰ ਸੈਂਟਰਡ ਹੁੰਦਾ ਹੈ। ਅਗਰ ਮੈਂ ਇਸ ਚੀਜ਼ ਨੂੰ ਲੈ ਕੇ ਚੱਲਣਾ, ਮੈਂ ਤੁਹਾਨੂੰ ਇੱਕ ਟਰਮ ਕਰਾਈ ਸੀ ਸਟਾਰਟਿੰਗ ਤੋਂ, ਬਾਈਪੋਲਰ ਤੇ ਟ੍ਰਾਈਪੋਲਰ। ਹਾਂਜੀ, ਕੋਈ ਬੱਚਾ ਜਲਦੀ ਨਾਲ ਡਿਫਾਈਨ ਕਰੇ, ਮੈਂ ਤਾਂ ਕਿ ਆਪਣੇ ਟੌਪਿਕ ਵੱਲ ਚੱਲਣਾ। ਐਨੀਵਨ ਕੈਨ ਡਿਫਾਈਨ ਇਟ? ਜੀ, ਬਾਈਪੋਲਰ ਐਂਡ ट्राइपोलर। यस। हाँ जी सर, Yes, sir. बाइपोलर। हेलो एक स्टूडेंट बोले। हाँ जी सर, सर। जो बाइपोलर, हाँ जी सर। हाँ जी करो तुसी। बोलिए बोलिए। सर ਤੁਸੀਂ ਆਪ ਹੀ ਕਹਿ ਦੋ नहीं नहीं मेरे ਜਿਨ੍ਹਾਂ को ਨੇ ਸਟਾर्ट ਕਰ। नहीं नहीं, बोलिए 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 बोलिए, आप बोलिए। ਓਕੇ ਸਰ, ਜੋ ਬਾਈਪੋਲਰ ਹੈ ਉਸ ਦੇ ਵਿੱਚ ਸਟੂਡੈਂਟ ਟੀਚਰ ਹੀ ਇਨਵੋਲਵ ਹੁੰਦੇ ਨੇ, गुड, ਜੋ ਕਿ ਰੋਸ ਔਰ ਐਡਮਸ ਨੇ ਦਿੱਤਾ ਸੀ। वेरी नाइस। ਔਰ ਜੋ ਹਾਂਜੀ ਸਰ, ਜੋ ਟ੍ਰੀਪੋਲਰ ਹੈ ਉਸ ਦੇ ਵਿੱਚ ਕਰਿਕੂਲਮ, ਸਟੂਡੈਂਟ ਔਰ ਟੀਚਰ ਇਨਵੋਲਵ ਹੁੰਦੇ ਨੇ, ਪਲੱਸ এনवायरमेंट ਹੁੰਦਾ ਹੈ, ਜੋ ਕਿ ਸ਼ਾਇਦ ਡੈਵੀ हाँ, ਉਹਨਾਂ ਨੇ ਮਤਲਬ जॉन जॉन डेवी। जॉन जॉन डेवी। वेरी गुड ਜੌਹਨ ਡੈਵੀ। गुड गुड। जो आपने बोला वो मैंने लिख दिता, ठीक है। जिवें जिवें तुसीं दस्सिया उवें मैं लिखता। देखो ये चीज़ां क्यों रैपिटेशन मोड ते रिकॉल करदा, क्योंकि चीज़ां जुड़ियां होंदियां ने एक दूजे दे नाल, है ना। गुड। सो ये चीज़ां ठीक ने बाईपोलर दे विच। हुण मैं जिहड़ा ट्रेडिशनल करिकुलम करवा रिहा सी ना, इट्स रिलेटेड विद बाईपोलर। क्योंकि देखो ਜਦੋਂ ਤੁਸੀਂ ਆਪਣੇ ਨਾ ਪੇਰੈਂਟਸ ਕੋਲੋਂ ਕਦੇ ਪੁੱਛੋ ਵੀ ਮੰਮਾ ਪਾਪਾ ਤੁਹਾਡੇ ਸਕੂਲਿੰਗ ਕਿਵੇਂ ਸੀ, ਉਹ ਕਹਿੰਦੇ ਸੀ ਅਸੀਂ ਬੈਗ ਹੁੰਦਾ ਸੀ ਸਾਡੇ ਕੋਲ, ਸਲੇਟੀਆਂ ਹੁੰਦੀਆਂ ਸੀ ਤੇ ਅਸੀਂ ਤੁਰੇ ਜਾਂਦੇ ਸੀ 2 ਕਿਲੋਮੀਟਰ ਬਾਅਦ ਸਾਡਾ ਸਕੂਲ ਆ ਜਾਂਦਾ ਸੀ, ਬੈਠ ਕੇ ਨਿੰਮ ਥੱਲੇ ਬੈਠ ਕੇ ਤੇ ਸਟੱਡੀ ਕਰਕੇ ਆ ਜਾਂਦੇ ਸੀ, ਹੈ ਨਾ। ਇੱਕ ਗੱਲ ਨੂੰ ਧਿਆਨ ਨਾਲ ਸੋਚੋ, ਉਹਨਾਂ ਦੀ ਜਿਹੜੀ ਐਜੂਕੇਸ਼ਨ ਸੀ ਨਾ, ਪਿਓਰ ਸੀ, ਪਿਓਰ, ਜਿਹਨੂੰ ਪਿਓਰਿਟੀ ਕਹਿੰਦੇ ਨੇ, ਸ਼ੁੱਧ ਕਹਿੰਦੇ ਨੇ। ਆਪਣੇ ਕੋਲ ਦੇਖੋ ਫਾਰਮੈਲਿਟੀਜ਼ ਦੇਖੋ ਕਿਵੇਂ ਹੋ ਗਈਆਂ। ਅੱਜ ਦੇ ਬੱਚੇ ਵਾਸਤੇ ਡਰੈਸਿੰਗ ਸੈਂਸ, ਉਹਦੇ ਬੱਚੇ ਦਾ ਖਾਣਾ ਪੀਣਾ ਪਹਿਲਾਂ, ਦੈਨ ਉਸ ਤੋਂ ਬਾਅਦ ਉਹਦਾ ਸਕੂਲਿੰਗ। ਜੇ ਤੁਸੀਂ ਥੋੜਾ ਜਿਹਾ ਡਾਊਨ ਵਿੱਚ ਸਕੂਲ ਵਿੱਚ ਐਡਮਿਸ਼ਨ ਕਰਵਾਤਾ ਨਾ, ਤੇ ਤੁਹਾਡੇ ਰਿਲੇਟਿਵਸ ਕਹਿਣਗੇ ਯਾਰ ਤੂੰ ਉਹਲੇ ਸਕੂਲ ਵਿੱਚ ਐਡਮਿਸ਼ਨ ਕਰਾਤਾ ਉਹਦਾ, ਤੁਸੀਂ ਗਵਰਨਮੈਂਟ ਸਕੂਲੇ ਬੱਚੇ ਐਡਮਿਸ਼ਨ ਕਰਾਓ। ਤੁਹਾਨੂੰ ਲੋਕ ਪਤਾ ਕੀ ਕਹਿਣਗੇ, ਯਾਰ ਤੁਸੀਂ ਆਪਣੇ ਬੱਚੇ ਨੂੰ ਚੰਗੇ ਸਕੂਲੇ ਪੜ੍ਹਾ ਹੀ ਨਹੀਂ ਸਕਦੇ। ਵੀ ਉਹਦੇ ਮਗਰ ਫੈਕਟਰ ਕੀ ਹੈ? ਫੈਕਟਰ ਕੀ ਹੈ? ਟ੍ਰਾਈਪੋਲਰ ਦਾ, ਜਿਹੜਾ ਜੌਨ ਡੈਵੀ ਬਣਾ ਕੇ ਚਲਾ ਗਿਆ, ਜਿਹੜਾ ਜੌਨ ਡੈਵੀ ਨੇ ਬਣਾ ਕੇ ਦਿੱਤਾ, ਉਹ ਇਸ ਕਰਕੇ ਬਣਾ ਕੇ ਚਲਾ ਗਿਆ ਕਿਉਂਕਿ ਉਹਨੂੰ ਪਤਾ ਹੈ ਕਿ ਆਉਣ ਵਾਲਾ ਟਾਈਮ ਇੰਨਾ ਕੁ ਹੋ ਜਾਣਾ ਹੈ ਕਿ এনवायरमेंट ਤੇ ਕਰਿਕੂਲਮ ਮਿਲਣਾ ਹੀ ਨਹੀਂ ਬੱਚਿਆਂ ਨੂੰ। ਤੇ ਹੁਣ ਦੇਖੋ ਕੰਪਿਊਟਰ ਹੈ, LCDs ਨੇ, LEDs ਨੇ, ਠੀਕ ਹੈ, ਇਸ ਤੋਂ ਇਲਾਵਾ ਲੈਪਟਾਪਸ ਨੇ, ਪਤਾ ਨਹੀਂ ਕਿੰਨੀਆਂ ਕਿੰਨੀਆਂ ਕੁ ਫੈਸਿਲਿਟੀਜ਼ ਨੇ, ਫਿਰ ਵੀ
ਐਜੂਕੇਸ਼ਨ ਦਾ ਜਿਹੜਾ ਲੈਵਲ ਹੈ ਨਾ ਉਹ ਆਪਣੇ ਪੇਰੈਂਟਸ ਤੇ ਗ੍ਰੈਂਡ ਪੇਰੈਂਟਸ ਜਿੰਨਾ ਨਹੀਂ ਹੈਗਾ। ਕਦੇ ਆਪਦੇ ਪੇਰੈਂਟਸ ਕੋਲ ਬਹਿ ਕੇ ਵੇਖਿਆ ਜੀ? ਉਹ ਤੁਹਾਨੂੰ ਜਿਹੜੇ ਜਿਨ੍ਹਾਂ ਨੇ ਐਕਚੁਅਲੀ ਸਟੱਡੀ ਕੀਤੀ ਹੈ, ਜਿਨ੍ਹਾਂ ਨੇ ਨਹੀਂ ਵੀ ਕੀਤੀ ਉਹਨਾਂ ਕੋਲ ਤਾਂ ਬਹੁਤ ਕੁਝ ਹੈ, ਪਰ ਜਿਨ੍ਹਾਂ ਨੇ ਸਹੀ ਸਟੱਡੀ ਕੀਤੀ ਹੈ ਨਾ ਉਹਨਾਂ ਦਾ ਲੈਵਲ ਆਪਣੇ ਲੈਵਲ ਤੋਂ ਕਿਤੇ ਅੱਗੇ ਹੈ। ਸੋ ਦਿਸ ਇਜ਼ ਦਾ ਟ੍ਰੈਡੀਸ਼ਨਲ, ਰਾਈਟ। ਚਲੋ ਜੀ, ਨੈਕਸਟ ਆ ਗਿਆ ਐਕਟੀਵਿਟੀ ਸੈਂਟਰਡ। ਐਕਟੀਵਿਟੀ ਸੈਂਟਰਡ ਕੀ ਹੁੰਦਾ ਜੀ? ਜਿਹੜੀਆਂ ਕਿਰਿਆਵਾਂ ਦੇ ਉੱਤੇ ਨਿਰਭਰ ਹੁੰਦਾ। ਜੇਕਰ ਮੈਂ NPE 2020 ਦੀ ਗੱਲ ਕਰਾਂਗਾ ਤਾਂ ਇਹ ਜਿਹੜਾ ਕਰੀਕੁਲਮ ਹੈ ਪੂਰੀ ਤਰ੍ਹਾਂ ਚਾਈਲਡ ਸੈਂਟਰਡ ਤਿਆਰ ਕੀਤਾ ਗਿਆ, ਪੂਰੀ ਤਰ੍ਹਾਂ ਚਾਈਲਡ ਸੈਂਟਰਡ। ਇਹਦੇ ਵਿੱਚ ਕਿਸੇ ਵੀ ਚੀਜ਼ ਨੂੰ ਅੱਗੇ ਨਹੀਂ ਰੱਖਿਆ ਗਿਆ, ਕਿਉਂਕਿ ਅੱਗੇ ਕੀ ਹੁੰਦਾ ਸੀ 10th ਤੋਂ ਬਾਅਦ ਆਰਟਸ, ਕਾਮਰਸ ਤੇ ਸਾਇੰਸ, ਇਹ ਤਿੰਨ ਚੀਜ਼ਾਂ ਨੇ ਬੱਚੇ ਬਹੁਤ ਕਨਫਿਊਜ਼ ਸੀ, ਪਰ ਹੁਣ NP ਨੇ ਉਹ ਵੀ ਚੀਜ਼ ਨੂੰ ਖਤਮ ਕਰਤਾ। ਠੀਕ ਹੈ, ਨੈਕਸਟ ਆ ਗਿਆ ਜੀ ਐਕਸਪੀਰੀਅੰਸ ਸੈਂਟਰਡ। ਐਕਸਪੀਰੀਅੰਸ ਸੈਂਟਰਡ ਦੇ ਵਿੱਚ ਆਪਣੇ ਕੋਲ ਟਰਮ ਇਨਵੋਲਵ ਹੋ ਰਹੀ ਹੈ ਸਟੂਡੈਂਟਸ ਲਰਨਿੰਗ। ਐਕਸਪੀਰੀਅੰਸ ਸੈਂਟਰਡ ਕਰਿਕੂਲਮ। ਐਕਸਪੀਰੀਅੰਸ ਸੈਂਟਰ ਨੂੰ ਮੈਂ ਥੋੜਾ ਜਿਹਾ ਐਕਸਪਲੇਨ ਕਰਾਂਗਾ। ਇੱਕ ਅਧਿਆਪਕ ਹੈ, ਸਰ ਇਹ ਪੂਲਸ ਬਾਰੇ ਕਲੀਅਰ ਕਰਵਾ ਦਿਓ ਅੰਜਲੀ। ਇੱਕ ਵਾਰੀ ਮੈਂ ਥੋੜਾ ਜਿਹਾ ਕੰਟੀਨਿਊ ਕਰਦਾ, ਕਿਉਂਕਿ ਨਾ ਆਪਣਾ ਅੱਜ ਦਾ ਟੌਪਿਕ ਲੈਂਥੀ ਹੈ, ਤਾਂ ਮੈਂ ਇਸ ਚੀਜ਼ ਨੂੰ ਤੁਹਾਡੀ ਕੁਐਰੀ ਨੂੰ ਨੋਟ ਕਰ ਲੈਣਾ। ਸੋ ਆਪਾਂ ਨੈਕਸਟ ਜਦੋਂ ਕਰਾਂਗੇ ਤਾਂ ਪੂਲਸ ਡਿਸਕਸ ਹੋ ਜਾਣਗੇ। ਠੀਕ ਹੈ, ਡੋਂਟ ਵਰੀ, ਹੋ ਜਾਣਗੇ। ਅਧਿਆਪਕ ਕੋਲ ਜਿੰਨਾ ਅਨੁਭਵ ਹੈ, ਵਿਦਿਆਰਥੀ ਕੋਲੋਂ ਇੱਕ ਲਰਨਿੰਗ ਦਾ ਅਨੁਭਵ ਹੈ। ਸੋ ਅਧਿਆਪਕ ਤੇ ਵਿਦਿਆਰਥੀ ਆਪਣੇ ਅਕੋਰਡਿੰਗਲੀ ਡਿਸਾਈਡ ਕਰਨਗੇ ਕਿ ਉਹਨਾਂ ਨੇ ਕਿਹੜਾ ਪਾਠਕ੍ਰਮ ਅਚੀਵ ਕਰਨਾ। ਠੀਕ ਹੈ, ਫॉर ਐਗਜ਼ਾਮਪਲ ਆਪਣੇ ਸੈਕਸ਼ਨ ਬੰਦੇ ਨੇ A, B ਤੇ C, ਉਹਦੇ ਵਿੱਚ A ਬੱਚੇ ਕਿਹੜੇ ਲੈਵਲ ਦੇ ਨੇ, B ਬੱਚੇ ਕਿਹੜੇ ਲੈਵਲ ਦੇ, C ਬੱਚੇ ਕਿਹੜੇ ਲੈਵਲ ਦੇ ਨੇ, ਉਸ ਤਰ੍ਹਾਂ ਟੀਚਰ ਉਹਦੇ ਵਿੱਚ ਸੈਟਅਪ ਹੁੰਦੇ ਨੇ। ਸੋ ਦਿਸ ਇਜ਼ ਕਾਲਡ ਦਾ ਐਕਸਪੀਰੀਅੰਸ ਸੈਂਟਰ। ਨੈਕਸਟ ਆ ਗਿਆ ਅਨਡਿਫਰੈਂਸ਼ੀਏਟਿਡ ਕਰਿਕੂਲਮ। ਅਨਡਿਫਰੈਂਸ਼ੀਏਟਿਡ ਕਰਿਕੂਲਮ ਨੂੰ ਦੂਜੇ ਨਾਮ ਲਿਖਿਆ ਗਿਆ ਮਿਕਸਡ। ਸਰ ਜੀ ਸਰ ਐਕਸਪੀਰੀਅੰਸ ਵਾਲਾ ਰਿਪੀਟ। ਐਕਸਪੀਰੀਅੰਸ ਸੈਂਟਰਡ ਅਨੁਭਵ ਸੈਂਟਰਡ ਕੀ ਹੈ? ਜਿਹਦੇ ਵਿੱਚ ਇੱਕ ਅਧਿਆਪਕ ਅਤੇ ਵਿਦਿਆਰਥੀ ਦੇ ਅਨੁਭਵ ਨੂੰ ਚੈੱਕ ਕਰਕੇ ਉਸ ਕੰਮ ਦੇ ਵਿੱਚ ਇਨਵੋਲਵ ਕੀਤਾ ਜਾਂਦਾ ਹੈ। ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਐਗਜ਼ਾਮਪਲ ਦੇ ਰਿਹਾ ਵੀ ਮੰਨ ਲਓ ਆਪਾਂ 10th ਕਲਾਸ ਹੈ ਜਾਂ 9th ਕਲਾਸ ਵਿੱਚ ਸੈਕਸ਼ਨਸ ਬਣ ਰਹੇ ਨੇ, ਉਹਦੇ ਵਿੱਚ ਜਿਹੜਾ ਸਕੂਲ ਹੋਏਗਾ ਉਹ ਸਕੂਲ ਵੀ ਇਹ ਚੈੱਕ ਕਰੇਗਾ ਵੀ A ਸੈਕਸ਼ਨ ਵਾਲੇ ਅਨੁਭਵੀ ਵਿਅਕਤੀ ਕਿਹੜਾ ਇਸ ਚੀਜ਼ ਨੂੰ ਐਕਟਿਵ ਕਰ ਸਕਦਾ ਹੈ, B ਸੈਕਸ਼ਨ ਵਾਲੇ ਕਿਹੜੇ ਅਨੁਭਵੀ ਵਿਅਕਤੀ ਨੂੰ ਇਸ ਚੀਜ਼ ਨੂੰ ਜੀ ਸਰ ਕਰ ਸਕਦਾ। ਠੀਕ ਹੈ, ਮੇਰੀ ਗੱਲ ਨੂੰ ਫੋਲੋ ਕਰਕੇ ਨਾ, ਦਿਸ ਇਜ਼ ਕਾਲਡ ਦਾ ਐਕਸਪੀਰੀਅੰਸ ਸੈਂਟਰ। ਹਾਂਜੀ ਸਰ। ਅਨਡਿਫਰੈਂਸ਼ੀਏਟਿਡ ਕਰਿਕੂਲਮ ਮਿਕਸਡ ਕਰਿਕੂਲਮ ਹੈ। ਮਿਕਸਡ ਕਰਿਕੂਲਮ ਕੀ ਹੈ? ਹੁਣੇ ਅੰਜਲੀ ਨੇ ਮੇਰੇ ਕੋਲ ਕੁਐਸਚਨ ਰਾਈਜ਼ ਕੀਤਾ ਨਾ, ਪੂਲ NPE 2020 ਵਾਲਾ ਜਿਹੜਾ ਹੈ ਪੂਲ ਦੀ, ਚਲੋ ਮੈਂ ਹੁਣੇ ਗੱਲ ਕਰ ਦੇਣਾ। ਅੰਜਲੀ ਧਿਆਨ ਨਾਲ ਸੁਣ ਲਓ, ਆਪਣੀ ਗੱਲ ਆ ਗਈ ਹੈ। ਅਨਡਿਫਰੈਂਸ਼ੀਏਟਿਡ ਕਰਿਕੂਲਮ ਇੱਕ ਮਿਕਸਡ ਕਰਿਕੂਲਮ ਹੈ, ਪਹਿਲਾਂ ਇਹਦਾ ਸੈੱਟ ਕਰ ਲਓ ਆਪਣੇ ਦਿਮਾਗ ਵਿੱਚ। ਹੁਣ NPE ਪੂਲ ਕਿਵੇਂ ਬਣਾ ਰਹੇ ਆ? 10th ਤੋਂ ਬਾਅਦ ਇੱਕ ਪੂਲ ਬਣ ਜਾਣਗੇ। ਫॉर ਐਗਜ਼ਾਮਪਲ ਹਿਸਟਰੀ, ਫਿਜ਼ਿਕਸ, ਮੈਥਸ, ਪੰਜਾਬੀ ਤੇ ਇੰਗਲਿਸ਼। ਸੈਕੰਡ ਪੂਲ ਬਣ ਗਿਆ ਪੋਲ ਸਾਇੰਸ, केमिस्ट्री, मैथ्स, हाँ जी हाँ जी, नाइन्थ में पंजाबी ते इंग्लिश। थर्ड बन गया सिविक्स, बायो, मैथ्स, पंजाबी ते इंग्लिश। हुण एक बच्चा कहता कि मैं हुणे पूल्स ने, पूल 1, पूल 2 ते पूल 3। ये मिक्स्ड करिकुलम है, दिस इज कॉल्ड द मिक्स्ड करिकुलम। SST भी है, साइंस भी है, मैथ्स भी है, पंजाबी भी है, इंग्लिश भी है। कितनी अच्छी गल है। फिर इस बाद बच्चा इहदे च इंटरचेंजिंग भी कर सकेगा भी। फॉर एग्जांपल अगर बच्चे ने पोल साइंस दे नाल बायो पढ़नी है तो बायो कर लवे, मैथ्स नहीं पढ़ना, मैथ्स जगह ते कोई होर सब्जेक्ट आ जाएगा, क्वांट आ जाएगा, क्वांट आ जाएगा, क्वांटिटेटिव एप्टीट्यूड आ जाएगा।
ਸੋ ਦਿਸ ਇਜ਼ ਕਾਲਡ ਦਾ ਪੂਲਸ। ਅੰਜਲੀ ਕਲੀਅਰ? ਵੀ ਜਿਹੜੇ ਮਿਕਸਡ ਕਰਿਕੂਲਮ ਦੇ ਵਿੱਚ ਸੈਟਅਪ ਹੋਣਗੇ 8th ਤੋਂ ਬਾਅਦ ਪੂਲ ਸੈਟਅਪ ਕਰ ਦਿੱਤੇ ਜਾਣਗੇ ਤਾਂ ਬੱਚਾ ਉਹਨਾਂ ਚ ਪੂਲਸ ਨੂੰ ਇੱਕ ਇੱਕ ਨੂੰ ਸਿਲੈਕਟ ਕਰ ਲੇਗਾ ਜਿਹਦੇ ਵਿੱਚ ਉਹਨੂੰ ਹਰ ਤਰ੍ਹਾਂ ਦੇ ਸਬਜੈਕਟਸ ਮਿਲਣਗੇ ਜਿਹੜੇ ਉਹ ਚਾਹੁੰਦਾ ਹੋਏਗਾ। ਡਨ? सर जैसे मतलब कि एसएस में से हिस्ट्री और सिविक्स में एक ले सकता है, अब बायो और अभी अभी फिजिक्स में। अभी अभी कुछ फाइनल नहीं हुआ, मैं आपको एक प्रिडिक्शन बता रहा हूँ, एक प्रिडिक्शन दस रहा मैं कि इस तरह का होना है। सो इस तरह का सर ही मतलब अपने इंटरेस्ट के अकॉर्डिंग वो सब्जेक्ट चूज कर सकता बिल्कुल है। बिल्कुल बिल्कुल राइट, ठीक है। सो इट्स कॉल्ड द डिफरेंट मिक्स्ड करिकुलम। नेक्स्ट आ गया जी बेसिक एजुकेशन करिकुलम। ਹੁਣ ਬੇਸਿਕ ਐਜੂਕੇਸ਼ਨ ਕਰਿਕੂਲਮ ਕੀ ਹੈ ਜੀ? ਮੇਰੇ ਖਿਆਲ ਨਾਲ ਆਪਾਂ ਜਿਹੜੀ ਐਨਪੀਈ ਜਿਹੜੀ ਸਟੱਡੀ ਕੀਤੀ ਹੈ ਉਹਦੇ ਵਿੱਚ 6th ਕਲਾਸ ਤੋਂ ਸਕਿੱਲ ਸਬਜੈਕਟ ਸ਼ੁਰੂ ਹੋ ਗਏ ਨੇ। ਪੇਪਰ ਵਿੱਚ ਤੁਹਾਡੇ ਕੋਲ ਮੈਂ ਕੁਐਸਚਨ ਪੁੱਛਿਆ ਸੀ ਨਾ ਇੱਕ, ਕੌਸ਼ਲ ਵਿਸ਼ੇ ਕਿਹੜੀ ਕਲਾਸ ਤੋਂ ਸਟਾਰਟ ਨੇ? ਇਟਸ ਕਾਲਡ ਫਰੋਮ ਦਾ 6th ਸਟੈਂਡਰਡ। ਸੋ ਬੇਸਿਕ ਐਜੂਕੇਸ਼ਨ ਕਰਿਕੂਲਮ ਦੇ ਵਿੱਚ ਕੀ ਕੀਤਾ ਗਿਆ ਹੈ ਕਿ ਬੱਚਿਆਂ ਦੇ ਲਈ ਬੇਸਿਕ ਕਰਿਕੂਲਮ ਸੈੱਟ ਕੀਤੇ ਨੇ, ਜਿਵੇਂ ਕਿ ਕੰਪਿਊਟਰ, ਜਿਵੇਂ ਕਿ ਆਰਟ ਐਂਡ ਕਰਾਫਟ ਐਟਸੈਕਟਰਾ। ਇਹ ਵਾਲੇ ਐਜੂਕੇਸ਼ਨ ਨੂੰ ਦੇ ਦਿੱਤੇ ਗਏ ਨੇ ਜਿਹਦੇ ਨਾਲ ਬੱਚਾ ਆਪਣਾ ਬੇਸ ਸਟਰੋਂਗ ਕਰ ਸਕੇ। ਹੁਣ ਮੰਨ ਲਓ ਇੱਕ ਆਰਟਿਸਟ ਹੈ, ਉਹਨੂੰ ਪੇਂਟਿੰਗਸ ਦਾ ਬਹੁਤ ਅੱਛਾ ਸ਼ੌਂਕ ਹੈ ਤਾਂ ਉਹਨੂੰ 6th ਕਲਾਸ ਤੋਂ ਹੀ ਇੰਟਰਨਸ਼ਿਪ ਦੇ ਦਿੱਤੀ ਜਾਏਗੀ। ਅਗਰ ਉਹਨੂੰ 6th ਕਲਾਸ ਤੋਂ ਇੰਟਰਨਸ਼ਿਪ ਦੇ ਦਿੱਤੀ ਗਈ, ਤੁਸੀਂ ਸੋਚੋ, ਥੋੜਾ ਜਿਹਾ ਸੋਚੋ ਇਹਦੇ ਚ, 6th ਕਲਾਸ ਵਿੱਚ ਅਗਰ ਇੰਟਰਨਸ਼ਿਪ ਦੇ ਦਿੱਤੀ ਗਈ ਤੇ ਬੱਚਾ ਆਪਣਾ ਕੈਰੀਅਰ ਕਦੋਂ ਤੱਕ ਤਿਆਰ ਕਰ ਸਕਦਾ ਹੈ? 6th 7th 8th 9th 10th 11th +2। ਸੋ ਇੰਨੇ ਸਾਰੇ ਸਾਲਾਂ ਦੇ ਵਿੱਚ ਉਹ ਆਪਣਾ ਬੇਸ ਪੂਰੀ ਤਰ੍ਹਾਂ ਸਟਰੋਂਗ ਕਰ ਲੇਗਾ, ਠੀਕ ਹੈ। ਦੈਨ ਉਹ ਉਸ ਚੀਜ਼ ਨੂੰ ਆਪਣਾ ਕੈਰੀਅਰ ਵੀ ਬਣਾ ਸਕਦਾ ਹੈ, ਪ੍ਰੋਫੈਸ਼ਨ ਵੀ ਬਣਾ ਸਕਦਾ ਹੈ, ਸੋ ਮੈਨੀ। ਸੋ ਮੈਂ ਤੁਹਾਨੂੰ ਇੱਕ ਦਿਨ ਨਾ ਤੁਹਾਡੇ ਕੈਰੀਅਰ ਤੇ ਗੱਲ ਕਰਾਂਗਾ। ਸੋ ਆਪਣਾ ਕੰਟੈਂਟ ਪੂਰਾ ਹੋ ਜਾਏ ਤਾਂ ਸਪੈਸ਼ਲੀ ਤੁਹਾਡੇ ਕੈਰੀਅਰ ਤੇ ਗੱਲ ਕਰਾਂਗੇ ਕਿ ਆਪਣਾ ਇੰਡੀਆ ਜਾਂ ਆਪਣਾ ਪੰਜਾਬ ਜਾਂ ਆਪਾਂ ਲੋਕ ਕਿਉਂ ਪਿੱਛੇ ਹਾਂ, ਆਪਣਾ ਰੀਜ਼ਨ ਕੀ ਹੈ, ਆਪਾਂ ਕਿਸ ਲੈਵਲ ਤੇ ਖੜੇ ਹਾਂ ਤੇ ਆਪਾਂ ਨੂੰ ਕੀ ਕਰਨਾ ਚਾਹੀਦਾ, ਠੀਕ ਹੈ। ਸੋ ਇਹ ਕੰਟੈਂਟ ਤੋਂ ਥੋੜਾ ਪਰੇ ਹੋ ਜਾਏਗਾ ਬਟ ਇਹਦੇ ਬਾਰੇ ਆਪਾਂ ਬਾਅਦ ਚ ਡਿਸਕਸ ਕਰਾਂਗੇ। ਨੈਕਸਟ ਆ ਗਿਆ ਬੈਲੈਂਸਡ ਕਰਿਕੂਲਮ। ਬੈਲੈਂਸਡ ਕਰਿਕੂਲਮ ਇਜ਼ ਰਿਲੇਟਡ ਵਿਦ ਦਾ ਰੀਅਲ ਲਾਈਫ ਐਂਡ ਕੈਰੀਅਰ ਲਾਈਫ। ਉਹ ਆਪਾਂ ਸਭ ਤੋਂ ਪਹਿਲੀ ਸਲਾਈਡ ਇਹਦੇ ਚ ਲਿਖਿਆ ਸੀ ਨਾ ਕਿ ਪਾਠਕ੍ਰਮ ਸਾਡੇ ਮਾਨਵ ਜਾਤੀ ਦਾ ਕੇਂਦਰ ਬਿੰਦੂ ਹੈ। ਕੇਂਦਰ ਬਿੰਦੂ ਕਹਿਣ ਦਾ ਭਾਵ ਵੀ ਸਾਡੀ ਉਹ ਰੀਅਲ ਲਾਈਫ ਹੈ। ਅਸੀਂ ਕਰਿਕੂਲਮ ਜਦੋਂ ਪੜ੍ਹਦੇ ਹਾਂ ਨਾ, ਸਾਡੀ ਉਹ ਲਾਈਫ ਬਣ ਰਹੀ ਹੁੰਦੀ ਹੈ। ਬੱਚਾ 5th ਕਲਾਸ ਵਿੱਚ ਹੈ, 6th ਕਲਾਸ ਹੈ, 7th ਵਿੱਚ ਹੈ, 8th ਵਿੱਚ ਹੈ, ਉਹ ਆਪਣੀ ਲਾਈਫ ਬਣਾ ਰਿਹਾ ਹੈ। ਸੋ ਪੇਰੈਂਟਸ ਨੂੰ ਜਦੋਂ ਗੱਲ ਕਰੋ, ਕੋਈ ਨਹੀਂ ਹਾਲੇ 10 ਤਾਂ ਪੜ੍ਹ ਲਵੇ, ਕੋਈ ਨਹੀਂ ਹਾਲੇ 12 ਤਾਂ ਕਰ ਲਵੇ, ਤੇ ਜਦੋਂ ਗ੍ਰੈਜੂਏਸ਼ਨ ਹੁੰਦਾ, ਅਡੋਲਸੈਂਸ ਪੀਰੀਅਡ ਨਿਕਲਦਾ, ਜਦੋਂ ਅਡਲਟਹੁੱਡ ਵੱਲ ਜਾਣਾ ਸ਼ੁਰੂ ਕਰਦਾ ਹੈ, ਜਦੋਂ ਜ਼ਿੰਮੇਵਾਰੀਆਂ ਪੈਂਦੀਆਂ ਨੇ ਨਾ, ਉਦੋਂ ਬੱਚਾ ਆਪਦੇ ਆਪ ਨੂੰ ਕੋਸਦਾ ਹੈ, ਯਾਰ ਮੈਂ ਕੀ ਕਰਨਾ ਸੀ ਤੇ ਮੈਂ ਕੀ ਕਰ ਬੈਠਾ। ਬੱਚੇ ਗਿੱਲੀ ਮਿੱਟੀ ਤਰ੍ਹਾਂ ਨੇ, ਡਿਪੈਂਡ ਔਨ ਦਾ ਪੇਰੈਂਟਸ, ਉਹਨੂੰ ਕਿਵੇਂ ਮਰਜ਼ੀ ਮੋਲਡ ਕਰ ਸਕਦੇ ਨੇ। ਸੋ ਦਿਸ ਇਜ਼ ਕਾਲਡ ਦਾ ਬੈਲੈਂਸਡ ਕਰਿਕੂਲਮ। ਬਾਅਦ ਚ ਉਹਦੇ ਬਾਰੇ ਬਹੁਤ ਅੱਛਾ ਲੈਕਚਰ ਦਵਾਂਗਾ ਤੁਹਾਨੂੰ, ਫ੍ਰੀ ਲੈਕਚਰ ਚੱਲੇਗਾ ਤੁਹਾਡੇ ਲਈ, ਠੀਕ ਹੈ। ਚਲੋ नेक्स्ट हो गया जी, ये वाला कंटेंट क्लियर हो गया जी, करिकुलम। नेक्स्ट बड़ा अच्छा टॉपिक आप करन जा रहे हैं, मैथडोलॉजीज, टीचिंग मैथड ते गल करांगा। सो प्लीज अपनी सेंसेस सिस्टम अपना ओपन करके रखना बिल्कुल, ठीक है जी। चलिए यस सर, टीचिंग मैथड्स ते इन्वेंटर, ਇਹਦੇ ਨਾਲ ਰਿਲੇਟਡ ਕੁਐਸਚਨ ਜ਼ਰੂਰ ਪੇਪਰ ਵਿੱਚ ਮਿਲੇਗਾ, ਬਹੁਤ ਜ਼ਰੂਰੀ ਟੌਪਿਕ ਹੈ ਤੇ ਕੁਐਸਚਨਸ ਵੀ ਜ਼ਰੂਰ ਮਿਲੇਗਾ। ਸੋ ਆਪਣੇ 30 ਮਿੰਟ ਦਾ ਆਪਣਾ ਕੰਟੈਂਟ ਰਹਿ ਗਿਆ ਤੇ ਜਲਦੀ ਆਪਾਂ ਡਿਸਕਸ ਕਰੀਏ ਕਿਉਂਕਿ ਇਹਦੇ ਵਿੱਚ ਕੁਝ ਗੱਲਾਂ ਇੰਪੋਰਟੈਂਟ ਹੋਣਗੀਆਂ ਦੱਸਣ ਵਾਲੀਆਂ। ਸਭ ਤੋਂ ਪਹਿਲਾਂ ਤੁਸੀਂ ਆਪਣੀ ਨੋਟਬੁੱਕ ਲਓ, ਕਿਉਂਕਿ ਕਈ ਬੱਚੇ ਨਾ ਸਕਰੀਨਸ਼ਾਟ ਤੇ ਡਿਪੈਂਡੈਂਟ ਹੋ ਜਾਂਦੇ ਨੇ ਕਿ ਲੋ ਜੀ ਸਲਾਈਡ ਆ ਗਈ ਸਕਰੀਨਸ਼ਾਟ ਕਰੋ। ਯਾਰ ਇਹ ਚੀਜ਼ਾਂ ਛੋੜ ਦਿਓ। ਅਗਰ ਤੁਸੀਂ ਆਪਣੇ ਆਪ ਨੂੰ ਕੁਝ ਬਣਾਉਣਾ ਹੈ ਨਾ, ਸੋ ਆਪਣੀ ਸੈਂਸ ਯੂਜ਼ ਕਰੋ। ਨੋਟਬੁੱਕ, ਪੈਨ, ਵਾਟਰ ਬੋਟਲ ਦੇ ਸੈਂਸਿਸ ਨੂੰ ਮੈਂ ਕਿਉਂ ਬੋਲਦਾ ਉਹਦੇ ਮਗਰ ਕੋਈ ਰੀਜ਼ਨ ਹੈ। ਜਿਹੜੇ ਬੱਚੇ ਇਸ ਚੀਜ਼ਾਂ ਨੂੰ ਯੂਜ਼ ਕਰਦੇ ਨੇ ਨਾ, ਉਹ ਆਪਣੀ ਮੰਜ਼ਿਲ ਨੂੰ ਸਹੀ ਸਮੇਂ ਤੇ ਪ੍ਰਾਪਤ ਕਰਦੇ ਨੇ, ਠੀਕ ਹੈ ਨਾ, ਰਾਈਟ। ਚਲੋ
सब तो पहला मैं गल करदा इंडक्टिव ते डिडक्टिव मैथड। इंडक्टिव ते डिडक्टिव मैथड जिहड़ा तैयार किया है बाय अरस्तु, ते जल्दी नाल बच्चे मैनूं दस्सणगे। अगर इत्थे मेरे को फ्री स्लाइड है तो मैं जी मैनूं जल्दी नाल लिखवान कि इंडक्टिव दे विच की हुंदा है ते डिडक्टिव दे विच की जी हुंदा सर। है। वन हाँ एक जी। मिनट, आगमन ते निगमन। हाँ, कौन कौन बात कर रहा है? हाँ जी सर। सर सुमन। सुमन। सुमन जी सर। बोलो जी। ਸਰ ਜੋ ਇੰਡਕਟਿਵ, ਹਾਂਜੀ ਸਰ ਜੋ ਇੰਡਕਟਿਵ ਮੈਥਡ ਹੈ हम्म, ਇਸ ਦੇ ਵਿੱਚ ਕੀ ਹੁੰਦਾ ਹੈ ਕਿ ਬੱਚੇ ਨੂੰ ਪਹਿਲਾਂ ਐਗਜ਼ਾਮਪਲਸ ਦਿੱਤੀਆਂ ਜਾਂਦੀਆਂ ਨੇ, ਉਸ ਤੋਂ ਬਾਅਦ ਉਹਨੂੰ ਰੂਲ ਸਿਖਾਇਆ ਜਾਂਦਾ ਹੈ, ਐਗਜ਼ਾਮਪਲ ਟੂ ਰੂਲ ਦੀ ਤਰਫ ਜਾਇਆ ਜਾਂਦਾ ਹੈ। डन। नेक्स्ट पॉइंट इसी ਔਰ का ही। ਜੀ जी, जो डिडक्टिव मेथड है इसका ਉਸ पता ਦੇ है, ਵਿੱਚ ਰੂਲ ਟੂ जी इसकी रूल टू ओपोजिशन, इसकी एग्जाम्पल। ओपोजिशन आप करते चलेंगे। आप इंडक्टिव को ही जी डिफाइन सर। कीजिए। जी सर। बोलो। सर इंडक्टिव में जैसे कि उस चीजों की तरफ, जैसे हम बोलें कि जो चीजें स्टूडेंट को पता हो, जानते हुए मतलब नॉन टू अननोन की तरफ जाना, वेरी गुड। एग्जाम्पल से रूल की तरफ जाना, और जैसे कि मूर्त से अमूर्त की तरफ जाना, कंक्रीट टू और अब्स्ट्रैक्ट। जी जी सर, कॉन्क्रीट कॉन्क्रीट टू सुन अब्स्ट्रैक्ट। रहे ने ना सारे बच्चे? सारे बच्चे सुन रहे ने? हाँ, चलिए और नेक्स्ट। आसान से, जी हाँ, इजी से टफ की तरफ जाना। चलिए जी, एनीथिंग एल्स? बॉटम अप अप्रोच, it's called bottom up approach, and last one is specific to general। ठीक है जी गुरप्रीत, राइट। सो ये सारी ओपोजिशन तुसी लिख लेनी है। सो ਇਹਦੇ ਨਾਲ ਰਿਲੇਟਡ ਪੇਪਰ ਵਿੱਚ ਕੁਐਸਚਨ ਜ਼ਰੂਰ ਮਿਲੇਗਾ। ਇਹ ਬਹੁਤ ਵਾਰ ਆਪਾਂ ਮਿਸ ਕਰ ਦਿੰਦੇ ਆ, ਸੋ ਇਸ ਚੀਜ਼ ਦਾ ਧਿਆਨ ਰੱਖਣਾ ਤੁਸੀਂ, ठीक है? हाँ जी, हाँ जी, क्लियर हो गया? चलो जी, ये हो गया जी अपना इंडक्टिव डिडक्टिव मैथड। अरिस्टोटल, स्लाइड नोट कर लेना। सैकंड ते चलते हैं किंडर गार्डन विधि। किंडर गार्डन पहला तो सिमरन सेंड कर देना, हाँ मिल जाएंगे रिकॉर्डेड लेक्चर ते। सिमरन ठीक है जी, घर कोई आ गया। किन्ना मतलब कि मैनू अच्छा लग रहा है भी आपां इस तरह दीयां गल्लां कर रहे हैं जिवें आपां बड़े फैमिलियर। ठीक है, मतलब कि घर आ गया। सिमरन दी बड़ी बड़ी प्रॉब्लम बन गई है। तो सिमरन तुसीं उन्हां नूं कहो भी सर दा लेक्चर चल रहा साइकोलॉजी तो प्लीज तुसीं बाद विच आना। नहीं नहीं, अटेंड करो। ठीक है जी, ठीक है, करो जी अटेंड, मिल जाएगा रिकॉर्डेड लेक्चर, डोंट वरी। क्लियर? इंटरेस्टिंग बन रहा होता इंटरेस्ट तो चलो हो जाती कोई कई इंटरप्शन। सो मैं मनप्रीत ससुराल में ही बोल सकते। चलिए जी, चलिए छोड़ो, कुछ तो लोग कहेंगे, छोड़ो। मेरा कंटेंट क्या था, मैं कंटेंट में उलझ गया। मैं किंडर गार्डन की बात कर रहा था। किंडर गार्डन, किंडर गार्डन का नाम आपने सुना हुआ है ना? किंडर गार्डन। किंडर का मतलब है जी चाइल्ड। किंडर का मतलब है चाइल्ड। मैरिज लाइफ प्रॉब्लम। सुमन, इसके बारे में एक लेक्चर रहेगा बाद में। गार्डन का मतलब है जी बगीचा, बच्चियां दा बगीचा या बाग, जिहदे विच बच्चे बच्चियां दी फुलवाड़ी। राइट चरणजीत, राइट भी बच्चियां दी फुलवाड़ी है, इट्स कॉल्ड किंडर गार्डन।
किंडरगार्टन विधि ਜਿਹੜਾ ਨੇ ਤਿਆਰ ਕੀਤਾ ਹੈ ਉਹ ਹੈ ਜੀ ਉਹਦਾ ਜਿਹੜਾ ਸਾਈਕੋਲੋਜਿਸਟ ਫਰੋਬਲ। ਠੀਕ ਹੈ ਜੀ। ਸੋ ਫਰੋਬਲ ਵੱਲੋਂ ਇਹ ਤਿਆਰ ਕੀਤਾ ਗਿਆ ਤਾਂ ਉਹਨੇ ਇਹਦੇ ਵਿੱਚ ਪੂਰੀ ਤਰ੍ਹਾਂ ਸਾਰੇ ਕੰਮ ਨੂੰ ਐਕਟੀਵਿਟੀ ਤੇ ਚਾਈਲਡ ਸੈਂਟਰ ਤੇ ਛੋੜਿਆ ਹੋਇਆ ਹੈ। ਠੀਕ ਹੈ। 3 ਇਡੀਅਟ ਮੂਵੀ ਤੁਸੀਂ ਦੇਖੀ ਹੋਣੀ ਹੈ, 3 ਇਡੀਅਟ ਹੈ ਨਾ। 3 ਇਡੀਅਟ ਮੂਵੀ ਦੇ ਵਿੱਚ ਜਦੋਂ ਅਮੀਰ ਖਾਨ ਲਾਸਟ ਸੀਨ ਦੇ ਵਿੱਚ ਆਪਣੇ ਘਰ ਚਲਾ ਜਾਂਦਾ ਤਾਂ ਉਹ ਇੱਕ ਆਪਣਾ ਸਕੂਲ ਤਿਆਰ ਕਰ ਰਿਹਾ ਹੁੰਦਾ ਹੈ। ਸੋ ਇੱਕ ਸਕੂਲ ਜਿਹੜਾ ਉਹ ਤਿਆਰ ਹੋ ਰਿਹਾ ਹੁੰਦਾ ਹੈ, ਉਹ ਜਿਹੜਾ ਹੁੰਦਾ ਇੱਕ ਤਰ੍ਹਾਂ ਦਾ ਬੱਚਿਆਂ ਦਾ ਹੀ ਇੱਕ ਤਰ੍ਹਾਂ ਸਾਰਾ ਸਿਸਟਮ ਕ੍ਰੀਏਟ ਹੋਇਆ ਹੁੰਦਾ। ਕਲੀਅਰ। ਚਲੋ ਜੀ ਨੈਕਸਟ ਆ ਗਿਆ ਜੀ ਪਲੇਵੇ ਮੈਥਡ, ਜਿਹਨੂੰ ਖੇਡ ਵਿਧੀ ਕਿਹਾ ਜਾਂਦਾ ਹੈ। ਤਾਂ ਰਾਈਟ ਆਂਸਰ ਹੈ ਜੀ ਇਹਦਾ ਫਰੋਬਲ। ਅਗਰ ਫਰੋਬਲ ਆਪਸ਼ਨ ਨਹੀਂ ਹੈਗੀ ਤਾਂ ਹੈਨਰੀ ਕੈਲਡਵੈਲ ਤੁਸੀਂ ਕੁੱਕ ਲਗਾ ਸਕਦੇ ਹੋ। ਅਗਰ ਦੋਨੋਂ ਆਪਸ਼ਨ ਨੇ ਤਾਂ ਫਰਸਟ ਆਪਸ਼ਨ ਤੁਹਾਡੀ ਜਾਏਗੀ ਫਰੋਬਲ ਦੇ ਨਾਲ। ਠੀਕ ਹੈ ਜੀ। ਹਾਂ ਨਿਸ਼ੂ ਮੈਂ ਕਰ ਰਿਹਾ ਐਕਸਪਲੇਨ, ਜਿੰਨਾ ਜਿੰਨਾ ਜ਼ਰੂਰੀ ਹੈ ਉਹਨਾਂ ਕੋ ਹੀ ਕਰਵਾ ਰਿਹਾ। ਉਹਦੇ ਵਿੱਚ ਅਗਰ ਮੈਂ ਹਰ ਮੈਥਡ ਦੇ ਸਟੈਪਸ ਲਿਖਵਾਵਾਂਗਾ ਨਾ ਤੇ 20-30 ਮੈਥਡਸ ਨੇ ਤਾਂ ਤੁਸੀਂ ਨੀਅਰ ਅਬਾਊਟ 200 ਤੱਕ ਮੈਥਡ ਸਟੈਪਸ ਨੂੰ ਯਾਦ ਕਰਨ ਚ ਰਹਿ ਜਾਓਗੇ। ਸੋ ਇਹਦੇ ਬਾਰੇ ਬਹੁਤਾ ਵੱਡਾ ਐਕਸਪਲੇਨੇਸ਼ਨ ਜ਼ਰੂਰੀ ਨਹੀਂ ਹੈ, ਜਰਨਲ ਚੀਜ਼ਾਂ ਨੇ। ਕਿੰਡਰਗਾਰਟਨ ਦੀ ਅਗਰ ਗੱਲ ਕਰਾਂਗੇ ਤੇ ਪ੍ਰੀ ਪ੍ਰਾਇਮਰੀ ਵਾਸਤੇ ਬਹੁਤ ਵਧੀਆ ਹੈ, ਪ੍ਰੀ ਪ੍ਰਾਇਮਰੀ ਸਕੂਲ ਦੇ ਵਿੱਚ। ਠੀਕ ਹੈ। ਇੰਡਕਟਿਵ ਡਿਡਕਟਿਵ ਦੇ ਵਿੱਚ ਆਪਾਂ ਜਿਹੜਾ ਮੈਥ ਸਬਜੈਕਟ ਸੋਲਵ ਕਰਦੇ ਆ ਨਾ, ਥਿਓਰਮ ਸੋਲਵ ਕਰਦੇ ਆ, ਥਿਓਰਮਸ, ਉਹਦੇ ਲਈ ਜ਼ਰੂਰੀ ਹੈ। ਠੀਕ ਹੈ। ਸੋ ਨੈਕਸਟ ਆਪਾਂ ਗੱਲ ਹਾਂਜੀ ਹਾਂਜੀ ਠੀਕ ਹੈ ਨਿਸ਼ੂ। ਪਲੇਵੇ ਮੈਥਡ ਹੈ ਜਿਹੜੀ ਟਰਮਸ ਨੇ ਇਹ ਖੇਡ ਵਿਧੀ ਨੇ। ਖੇਡ ਵਿਧੀ ਦੇ ਵਿੱਚ ਫਰੋਬਲ ਨੇ ਜਿਵੇਂ ਕਿੰਡਰਗਾਰਟਨ ਨੂੰ ਡਿਫਾਈਨ ਕੀਤਾ ਹੈ ਉਵੇਂ ਹੀ ਪਲੇਵੇ ਨੂੰ ਇਨਕਰੇਜ ਕੀਤਾ ਹੈ। ਜਿਸ ਤਰ੍ਹਾਂ ਕਿੰਡਰਗਾਰਟਨ ਬੱਚੇ ਆਪਣੇ ਕੰਮ ਆਪ ਕਰਦੇ ਨੇ, ਦੂਸਰਾ ਉਹਨੇ ਗੱਲ ਕੀਤੀ ਹੈ ਕਿ ਉਹ ਸਾਰਾ ਕੰਮ ਖੇਡ ਕੇ ਸਿੱਖਣ। ਨੈਕਸਟ ਟੌਪਿਕ ਹੈ ਬ੍ਰੇਨ ਸਟੋਰਮਿੰਗ ਮੈਥਡ। ਓਸਬਰਨ। ਹੁਣ ਮੈਨੂੰ ਸਾਰੇ ਬੱਚਿਆਂ ਚੋਂ ਕੋਈ ਵੀ ਇੱਕ ਬੱਚਾ ਬ੍ਰੇਨ ਸਟੋਰਮਿੰਗ ਦਾ ਮਤਲਬ ਦੱਸ ਦੇਵੇ, ਜਸਟ ਅ ਮੀਨਿੰਗ। ਵਟ ਇਜ਼ ਦਾ ਮੀਨਿੰਗ ਆਫ ਬ੍ਰੇਨ ਸਟੋਰਮਿੰਗ। ਠੀਕ ਹੈ। ਓਸਬਰਨ ਜਿਹੜਾ ਇਹਦਾ ਮਤਲਬ ਕਿ ਇਨਵੈਂਟਰ ਹੈ, ਤੇ ਬ੍ਰੇਨ ਸਟੋਰਮਿੰਗ ਹੁੰਦਾ ਕੀ ਹੈ ਆਪਾਂ ਉਹਦੇ ਬਾਰੇ ਪਹਿਲਾਂ ਡਿਸਕਸ ਕਰ ਲਈਏ। ਵਟ ਇਜ਼ ਦਾ ਮੀਨਿੰਗ ਆਫ ਬ੍ਰੇਨ ਸਟੋਰਮਿੰਗ। ਐਨੀਵਨ ਕੈਨ। ਸਰ ਪ੍ਰੋਬਲਮ ਦਾ ਸੋਲੂਸ਼ਨ ਲੱਭਣਾ। ਪ੍ਰੋਬਲਮ ਦਾ ਸੋਲੂਸ਼ਨ ਤਾਂ ਆਪਾਂ ਸਾਰਿਆਂ 'ਚ ਹੀ ਲੱਭਦੇ ਹਾਂ। ਫॉर एग्जांपल कोई उदाहरण ਦੇ ਥਰੂ ਸਮਝਾਓ। ना को आइडिया सी सर, ज्यादा नहीं पता, इन्ना को आइडिया सी मैंने। ठीक है। एनीवन कोई भी बच्चा। ठीक है ਤੁਸੀਂ ਜੋ ਦੱਸਿਆ ਠੀਕ ਹੈ। ਕਿਸੇ ਹਾਂਜੀ ਸਰ, ਕਿਸੇ ਵੀ ਬੱਚੇ ਦੇ ਵਿੱਚ ਕਿਸੇ ਵੀ ਮਤਲਬ ਕਿ ਉਹਦੇ ਵਿੱਚ ਪਾਵਰ ਕਿੰਨੀ ਆ ਉਹ। ਹੈਲੋ ਬੋਲੋ ਜੀ। ਹੈਲੋ ਸਰ, ਬ੍ਰੇਨ ਸਟੋਰਮਿੰਗ ਮੀਨ ਸ਼ਬਦਾਂ ਦਾ ਭੰਡਾਰ। ਵੈਰੀ ਗੁੱਡ। ਜਿਹੜਾ ਇਹਨਾਂ ਨੇ ਟ੍ਰਾਂਸਲੇਸ਼ਨ ਕੀਤੀ ਹੈ ਮਜ਼ਾ ਆ ਗਿਆ। ਕੀ ਨਾਮ ਹੈ ਤੁਹਾਡਾ? ਅਲਕਾ ਸਰ, ਮੈਂ ਤੁਹਾਡੇ ਕੋਲ ਹੀ ਪੜ੍ਹੀ ਹੋਈ ਹਾਂ, ਲਾਲਾ ਜੀ ਕੋਲੇ ਤੋਂ। ਕੀ ਬਾਤ ਹੈ ਜੀ, ਕੀ ਬਾਤ ਹੈ ਜੀ। ਹਿੰਦੀ ਚਲੋ ਇਹਦੇ ਬਾਰੇ ਆਪਾਂ ਚ ਠੀਕ ਹੈ। ਨਿਸ਼ੂ ਨੇ ਲਿਖਿਆ ਹੈ ਬੱਚਾ ਮਾइंड इज ਜ਼ਿਆਦਾ ਯਾਦ ਕਰਨ ਦੀ ਕੈਪੇਬਿਲਿਟੀ ਰੱਖਦਾ ਹੈ। ਰਾਈਟ। ਹੁਣ ਇਹਦੀ ਮੈਂ ਐਗਜ਼ਾਮਪਲ ਤੁਹਾਨੂੰ ਦੇ ਰਿਹਾ। ਦਿੱਲੀ ਦੇ ਵਿੱਚ ਜੋ ਧਰਨਾ ਲੱਗਿਆ ਹੈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ? ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਸੋ ਜਦੋਂ ਤੁਸੀਂ ਨੀਅਰ ਅਬਾਊਟ 35 ਸਟੂਡੈਂਟਸ ਮੇਰੇ ਨਾਲ ਜੁੜੇ ਹੋਏ ਹੋ ਤਾਂ ਜਿਹੜੇ ਤੁਹਾਡੇ ਵਿਚਾਰ ਮੇਰੇ ਕੋਲ ਆਣਗੇ ਨਾ ਉਹਦੇ ਬਾਰੇ ਜੋ ਡਿਸਕਸ਼ਨ ਹੋਏਗੀ, ਦੈਨ ਉਹਦੇ ਬਾਰੇ ਆਪਾਂ ਆਪਦੇ ਰਿਜ਼ਲਟ ਤੱਕ ਪਹੁੰਚਾਂਗੇ ਤਾਂ ਉਹਦੇ ਵਿੱਚ ਆਪਾਂ ਬ੍ਰੇਨ ਸਟੋਰਮਿੰਗ ਮੈਥਡ ਯੂਜ਼ ਕਰ ਰਹੇ ਹਾਂ। ਬ੍ਰੇਨ ਸਟੋਰਮਿੰਗ ਜਿਵੇਂ ਕਿ ਹੁਣੇ ਅਲਕਾ ਨੇ ਗੱਲ ਕੀਤੀ ਹੈ ਕਿ ਸ਼ਬਦਾਂ ਦਾ ਭੰਡਾਰ, ਸ਼ਬਦਾਂ ਦਾ ਭੰਡਾਰ ਜਦੋਂ ਆਪਣੇ ਸਾਹਮਣੇ ਬਣੇਗਾ, ਅਲੱਗ-ਅਲੱਗ ਵਿਊਜ਼ ਆਣਗੇ ਤਾਂ ਉਹਦੇ ਵਿੱਚ ਤੇ ਆਪਾਂ ਇੱਕ ਚੀਜ਼ ਨੂੰ ਸੋਲਵ ਕਰਨਾ ਸ਼ੁਰੂ ਕਰ ਦਾਂਗੇ। ਠੀਕ ਹੈ ਜੀ। ਰਾਈਟ। ਇੱਕ ਵਿਚਾਰ, ਹਾਂ ਵਿਚਾਰਾਂ ਦੇ ਤੌਰ ਤੇ ਜਦੋਂ ਆਪਾਂ ਸਮੱਸਿਆਵਾਂ ਨੂੰ ਹੱਲ ਕਰਦੇ ਹਾਂ, ਬੱਚੇ ਨੂੰ ਆਪਾਂ ਇੱਕ ਟੌਪਿਕ ਦੇਤਾ, ਲੋ ਜੀ ਬੱਚੋ ਇਹਦੇ ਬਾਰੇ ਵਿਚਾਰ ਕਰੋ, ਬੱਚੇ ਉਹਦੇ ਸ਼ਬਦਾਂ ਦਾ ਭੰਡਾਰ ਬਣਾਉਣਗੇ, ਸ਼ਬਦਾਂ ਦੇ ਭੰਡਾਰਾਂ ਦੇ ਵਿੱਚੋਂ ਕੋਈ ਨਾ ਕੋਈ ਹੱਲ ਲੱਭ ਜਾਏਗਾ। ਸੋ ਉਸ ਤਰ੍ਹਾਂ ਆਪਾਂ ਆਪਣੇ ਟੌਪਿਕ ਨੂੰ ਪੂਰਾ ਕਰਨਾ। ਨੈਕਸਟ ਆ ਗਿਆ ਜੀ ਡਾਲਟਨ ਮੈਥਡ। ਡਾਲਟਨ ਮੈਥਡ ਦਾ ਜਿਹੜਾ ਪ੍ਰਤੀਪਾਦਕ ਹੈ, ਆਪਣੇ ਸਰ ਮੀਟਿੰਗ ਕਰਨਾ ਜੀ ਰੀਸਟਾਰਟ, ਯਾਰ ਪਤਾ ਨਹੀਂ ਚੱਲਦਾ ਟਾਈਮ ਦਾ।
रीस्टार्ट करना कर लोगे ना दीपक का रीस्टार्ट करना यार वीडियो सेम ही स्लाइड है सेम ही सब कुछ हाँ जी साजी बढ़िया जी बढ़िया तू ਸਾਨੂੰ ਕਿੱਥੇ ਜਾਂਦਾ ਕੀ ਤੂੰ ਆ ਜੀ ਤੂੰ ਬਸ ਚੱਲ ਛੱਡ ਕੀ ਸੁਪਰ नहीं तेरा पुराना जोड़ दे किधर का लोग रखता है चल चल मन अन्ना बढ़िया लगा तेन याद भी करी कोशिश कर रहे आज तो डैरियां वाला होगा बड़ी खुशी है पर तू फोन कितना पूछ लेने जी ज्वाइन हो जाइए जल्दी से हाँ जी वो टाइम पूरा हो गया था ना वो एक सिटिंग का चलो नेक्स्ट चलिए ठीक है जी हाँ जी चलो नेक्स्ट अपने को ला गया जी डाल्टन मेथड पार्क हरस्ट ਵੱਲੋਂ ਕੀਤਾ ਗਿਆ and the invent ठीक है जी सो हाँ जी एडमिट हो जाओ जी जल्दी 28 स्टूडेंट हो गए 3-4 स्टूडेंट रह चुके ने हाँ जी डाल्टन मैथड बारे तुसी गल नूं ध्यान नाल नोट कर लो डाल्टन जिहड़ा मैथड है ਉਹਦੇ ਵਿੱਚ ਬੱਚੇ ਨੂੰ ਇੱਕ ਫਿਕਸਡ ਟਾਈਮ ਤੇ ਫਿਕਸ ਪ੍ਰੋਬਲਮ ਤੇ ਉਹਦੇ ਫਿਕਸ ਏਮ ਹੁੰਦੇ ਨੇ ਕਹਿਣ ਦਾ ਮਤਲਬ ਹੈ ਕਿ ਇੱਕ ਪ੍ਰੋਬਲਮ ਦੇ ਦੇਣੀ ਹੈ ਉਹਦੇ ਲਈ ਫਿਕਸਡ ਟਾਈਮ ਦੇ ਦੇਣਾ ਤੇ ਉਹਦੇ ਉਦੇਸ਼ ਨਿਰਧਾਰਿਤ ਕਰ ਦੇਣੇ ਨੇ ਜਿਵੇਂ ਕਿ ਤੁਸੀਂ ਟੀਚਿੰਗ ਮੈਥਡ ਦੇ ਦੌਰਾਨ ਲੈਸਨ ਪਲਾਨ ਬਣਾਉਂਦੇ ਹੁੰਦੇ ਹੋ ਤਾਂ ਲੈਸਨ ਪਲਾਨ ਬਣਾਤਾ ਤਾਂ ਉਹਦੀ ਪੀਕੇ ਟੈਸਟਿੰਗ ਕਰਦੇ ਹੋ ਪੀਕੇ ਟੈਸਟਿੰਗ ਹੁੰਦੀ ਪ੍ਰੀਵੀਅਸ ਨੌਲੇਜ ਟੈਸਟ ਦੇ ਵਿੱਚ ਅਸੀਂ ਬੱਚੇ ਨੂੰ ਇੱਕ ਟੌਪਿਕ ਦੇ ਅਲੱਗ ਉਦੇਸ਼ ਬਣਾ ਦਿੰਦੇ ਹਾਂ ਤੇ ਬੱਚਾ ਉਹਦੇ ਤੇ ਕੰਟੈਂਟ ਤਿਆਰ ਕਰਦਾ ਹੈ that is called the Dalton method ਠੀਕ ਹੈ ਜੀ ਚਲੋ ਜਲਦੀ ਨਾਲ ਅਗਲੇ ਟੌਪਿਕ ਤੇ ਚਲਦੇ ਹਾਂ ਪ੍ਰੋਜੈਕਟ ਮੈਥਡ ਬਹੁਤ ਇੰਪੋਰਟੈਂਟ ਹੈ पेपर ਇਹਦੇ ਨਾਲ ਰਿਲੇਟਡ ਕੁਐਸਚਨ ਜ਼ਰੂਰ ਆ ਸਕਦਾ ਹੈ परियोजना विधि ਤਾਂ ਰਾਈਟ ਆਨਸਰ ਹੈ ਜੀ ਇਹਦਾ ਕਿਲਪੈਟ੍ਰਿਕ ਜਲਦੀ ਨਾਲ ਚੱਲੋਗੇ ਜਲਦੀ ਨਾਲ ਨੋਟ ਕਰੋਗੇ ਕਿਲਪੈਟ੍ਰਿਕ ਹਾਂਜੀ ਪ੍ਰੋਜੈਕਟ ਮੈਥਡ ਕਿਲਪੈਟ੍ਰਿਕ ਵੱਲੋਂ ਬਣਾਇਆ ਗਿਆ ਹੈ ਇਹ ਪ੍ਰੋਜੈਕਟ ਜਿਹੜਾ ਹੈ ਇਹ ਮਿਡਲ ਸਟੇਜ ਦੇ ਬੱਚਿਆਂ ਤੋਂ ਸਟਾਰਟ ਹੋ ਜਾਂਦਾ ਹੈ ਬਿਲਕੁਲ ਛੋਟੇ ਬੱਚਿਆਂ ਦਾ ਨਾਲ ਡੀਲ ਨਹੀਂ ਹੁੰਦਾ ਪ੍ਰੀ ਪ੍ਰਾਇਮਰੀ ਦੇ ਵਿੱਚ ਨਹੀਂ ਹੁੰਦਾ ਪ੍ਰਾਇਮਰੀ ਦੇ ਵਿੱਚ ਹੋ ਸਕਦਾ ਹੈ ਮਿਡਲ ਦੇ ਵਿੱਚ ਚੱਲ ਰਿਹਾ ਹੁੰਦਾ ਹੈ ਸੈਕੰਡਰੀ ਦੇ ਵਿੱਚ ਚੱਲਦਾ ਹੈ ਅਦਰਸ ਪ੍ਰੋਜੈਕਟਸ ਚੱਲਦੇ ਨੇ ਠੀਕ ਹੈ ਜੀ ਇਹ ਪ੍ਰੋਜੈਕਟ ਮੈਥਡ ਦੇ ਵਿੱਚ ਕੀ ਹੁੰਦਾ ਹੈ ਕਿ ਇੱਕ ਪ੍ਰੋਬਲਮ ਲੈ ਲਈ ਜਾਂਦੀ ਹੈ ਜਾਂ ਇੱਕ ਟੌਪਿਕ ਲੈ ਲਿਆ ਜਾਂਦਾ ਹੈ ਉਹਦੇ ਉੱਪਰ ਇੱਕ ਪ੍ਰੋਜੈਕਟ ਤਿਆਰ ਕੀਤਾ ਜਾਂਦਾ ਹੈ ਤਾਂ ਉਹ ਪ੍ਰੋਜੈਕਟ ਤੇ ਤਿਆਰ ਕਰਨ ਤੋਂ ਬਾਅਦ ਉਸ ਟੌਪਿਕ ਨੂੰ ਉਸ ਤਰੀਕੇ ਨਾਲ ਸਮਝਾਇਆ ਜਾਂਦਾ ਹੈ ਮੈਂ ਇਹਦੇ ਨਾਲ ਰਿਲੇਟਡ ਹੋਰ ਵੀ ਤੁਹਾਨੂੰ ਗੱਲਾਂ ਦੱਸਾਂਗਾ ਸੋ ਇਹ ਪ੍ਰੋਜੈਕਟ ਮੈਥਡ ਪ੍ਰੋਗਰੈਸਿਵ ਐਜੂਕੇਸ਼ਨ ਦੇ ਨਾਲ ਜੁੜਿਆ ਹੋਇਆ ਹੈ ਜੀ ਪ੍ਰੋਗਰੈਸਿਵ ਐਜੂਕੇਸ਼ਨ ਦੇ ਨਾਲ ਜੁੜਿਆ ਹੋਇਆ ਹੈ ਜਿਹੜੇ ਕਿ ਪ੍ਰੋਗਰੈਸਿਵ ਐਜੂਕੇਸ਼ਨ ਦੀ ਗੱਲ ਕਰਾਂਗੇ ਤਾਂ ਜੌਨ ਡੈਵੀ ਦੀ ਗੱਲ ਕਰਾਂਗੇ ਜੌਨ ਡੈਵੀ ਦੀ ਠੀਕ ਹੈ ਤੇ ਕਿਲਪੈਟ੍ਰਿਕ ਜਿਹੜੇ ਭਾਜੀ ਨੇ ਨਾ ਕਿਲਪੈਟ੍ਰਿਕ ਇਹ ਜੌਨ ਡੈਵੀ ਦੇ ਸਟੂਡੈਂਟ ਨੇ ਇਹ ਗੱਲ ਦਾ ਧਿਆਨ ਕਰ ਲਿਓ ਜਿਵੇਂ ਤੁਸੀਂ ਮੇਰੇ ਸਟੂਡੈਂਟ ਹੋ ਨਾ like I am the John Davy and you are the Kilpatricks so many Kilpatricks here and there surrounding here and there but John Davy is a single
सो मेरा भी वैसे जे से नाम स्टार्ट है, तो ये भी जॉन डेवी ही है। सो जॉन डेवी दा स्टूडेंट किलपैट्रिक है, ते ये जिहड़ी प्रोजेक्ट विधि है ये प्रोग्रेसिव एजुकेशन दे नाल जुड़ी है, ते प्रोग्रेसिव एजुकेशन जदों भी शब्द आएगा तो उदों जॉन डेवी दा नाम आएगा, राइट। अगे टॉपिक चलते हैं ह्यूरिस्टिक मैथड ते। आर्मस्ट्रॉन्ग, हुण मेरी गल नूं ध्यान नाल नोट कर लो, लिसन केयरफुली। ह्यूरिस्टिक मैथड, अगर मैं इत्थे लिखा ह्यूरिस्टिक मैथड ते अगर मैं इत्थे लिखा नाल डिस्कवरी मैथड, ह्यूरिस्टिक मैथड का नाम आ जाएगा आर्मस्ट्रॉन्ग के नाम से, बट ये कोई नाम सैंक्शन नहीं गा। दोनों में डिफरेंस की है, जो डिस्कवरी मैथड है ना ये पास्ट दियां प्रॉब्लम ते हल करने लिए अप्लाई किया जाता, जिवें कि हिस्टरी, हिस्टरी सब्जैक्ट उत्ते जोड़ा भी काम होएगा वो डिस्कवरी मैथड दे नाल किया जाता है। ह्यूरिस्टिक मैथड प्रेजेंट प्रॉब्लम्स, कहने का मतलब पूरी तरह फ्रीडम होंदी है काम दे विच करन नूं, ठीक है। इहदे हाइपोथेसिस बनाए जाते हैं, हाइपोथेसिस होंदी ने परिकल्पनावां, जिवें कि मैं तुहानूं कहां एक ह्यूरिस्टिक इहदी तैयार करो कि प्रेजेंटली दिल्ली दे विच किसानां भाइयां ने धरना लाए दे विच की हो सकता है, हाउ टू सॉल्व दिस प्रॉब्लम। सो प्रेजेंट प्रॉब्लम है, तुसीं फ्री हो तो तुसीं इहदे बारे अलग अलग हाइपोथेसिस बना सकते हो। कुछ लोग कहेंगे अकॉर्डिंग टू बिजनेस पॉइंट ऑफ व्यू कि जो बिल है पास होना जरूरी है, अगर आप अदर कंट्रीज के नाल जुड़ते हैं तो अदर कंट्रीज की तरह आप डेवलप होवांगे। ਜਿਹੜੇ मीडियोकर लैवल ਦੇ ਨੇ ਜਾਂ बेसिक लैवल ਦੇ लोग ने ਜਿਹੜੇ अपना कुछ करके ਆਪਣੀਆਂ ਜ਼ਮੀਨਾਂ ਦੇ ਨਾਲ कुछ ਕਰਨ ਲਈ ਤਿਆਰ ਨੇ, ਉਹ ਇਹ ਕਹਿਣਗੇ ਕਿ ਅਗਰ ਸਾਡੇ ਕੋਲ ਖੋਹ ਲਿੱਤਾ ਜਾਂਦਾ ਹੈ ਤਾਂ ਉਹ ਸਾਡੇ ਲਈ ਨੁਕਸਾਨਦਾਇਕ ਹੈ। ਦੀ ਹਾਂ ਲੇਟੈਸਟ ਐਗਜ਼ਾਮ, ਸੋ ਇਹ डिफरेंट टर्म्स ਹੈਗੀਆਂ ਨੇ, ठीक है जी। सो ये ह्यूरिस्टिक मैथड है ਜਿਹੜਾ प्रेजेंट प्रॉब्लम्स नाल डील करता है, डिस्कवरी मैथड पास दी प्रॉब्लम्स नाल डील करता है। जल्दी माइक्रो टीचिंग बारे मैं ज़्यादा नहीं दसांगा, डिवाइन एलन की गल हो चुकी है। सूखम अध्यापन है, 5 मिनट की अध्यापन होता है, 5 मिनट के लिए बच्चे होंगे ने, एक स्किल ते गल होंदी, तुहानूं सारा कुछ दस्सिया होया है। नैक्सट आ गया जी क्वेश्चन आंसर मैथड, ये बारे मैं वैसे आंसर नहीं इत्थे मैथड नहीं लिखांगा। सो दिस इज नॉट अ मैथड, दिस इज अ स्किल। क्वेश्चनिंग आंसरिंग स्किल है एक तरह की, ठीक है। मैथड यूज नहीं होता ज्यादा, मैथड नहीं, दिस इज अ स्किल। सो जो भी क्वेश्चन आंसर स्किल की गल आएगी तो सुकरात का नाम आएगा, ठीक है, सुकरात। सो क्वेश्चन आंसरिंग स्किल दे विच आपां गल करते ना प्री एक्टिव स्टेज, प्री एक्टिव स्टेज दे विच जिहड़ी स्किल है वो ज्यादा यूज की जाती है। नैक्सट जैकब एल मैरेनो सोशियोमेट्रिक मैथड, समाज मिति विधि। सोशियोमेट्रिक मैथड विच समाजिक मुद्दियां ते गल कीती जांदी है जी, समाजिक मुद्दियां ते समाज दियां जिहड़ियां भी समस्यावां ने प्रेजेंटली पास्ट जिहड़ियां हैगियां ने या फ्यूचर विच आने वालियां ने, उन्हां उपर सोशियोमेट्रिक मैथड जिहड़ा हायर स्टडी दे विच इंप्लीमेंट कीता जांदा है, जैकब एल मैरेनो। चलिए मोंटेसनरी विधि, मोंटेसनरी विधि दा नाम सारे ने सुनिया होया है, मोंटेसनरी विधि जी। मोंटेसनरी विधि दे बारे जिहड़ी मेन गल है, सो दिस मैथड इंप्लीमेंट फ्रॉम विद द हेल्प ऑफ सेंसेस, ज्ञान इंद्रियां, ज्ञान इंद्रियां ते वर्क करती है। डॉक्टर मॉरियम मोंटेसनरी ने मैथड दिता है, ठीक है जी। सो इस मैथड दे राही आपां स्मॉल चिल्ड्रन प्री प्राइमरी स्टूडेंट्स के उपर मैथड के नाल आपां उहदी सेंसेस बारे डिस्कशन कर सकते हाँ। प्रोग्राम लर्निंग, प्रोग्राम लर्निंग की अगर गल करांगे ना, स्किनर की आपां पहलां भी गल कर चुके हैं, लर्निंग का टॉपिक कर लिया ना, याद है ना सारिਆਂ ਨੂੰ। SR लर्निंग थ्योरी, सॉरी स्किनर की थ्योरी किहड़ी है, स्किनर की RS ओपरेंट कंडीशन, हाँ जी ओपरेंट, राइट RS थ्योरी है जिन्हों आप ओपरेंट कंडीशनिंग के नाम नाल जाने, ठीक है जी, ओपरेंट कंडीशनिंग। सो प्रोग्राम लर्निंग मैथड दे विच गल कीती गई है कि सब तो पहला जिहड़ा भी काम करना ओहदा एक प्रोग्राम, कहने दा मतलब प्लानिंग
ਸੈਟਅਪ ਕੀਤੀ ਹੋਣੀ ਬਹੁਤ ਜ਼ਰੂਰੀ ਹੈ, ਦੈਨ ਫਰਦਰ ਉਸ ਕੰਮ ਨੂੰ ਕੀਤਾ ਜਾਏ। ਇਹ ਵੱਡੇ ਬੱਚਿਆਂ ਦੇ ਲਈ ਜਿਹੜੀ ਵਿਧੀ ਹੈ ਇਹ ਜ਼ਿਆਦਾ ਹੈਲਪਫੁਲ ਹੈ। ਨੈਕਸਟ ਪ੍ਰੋਗਰਾਮ ਇੰਸਟਰਕਸ਼ਨ, ਦਿਸ ਇਜ਼ ਅ ਨੋਟ ਅ ਇੰਪੋਰਟੈਂਟ, ਇਹ ਜਸਟ ਇੱਕ ਤੁਸੀਂ ਇੱਕ ਜਰਨਲ ਟਰਮ ਲਿਖ ਲਓ ਕਿ ਕਾਊਡਰ ਵੱਲੋਂ ਦਿੱਤੀ ਗਈ ਹੈ, ਹਦਾਇਤਾਂ ਉੱਪਰ ਇਹ ਵਿਧੀ ਨਹੀਂ ਹੈਗੀ, ਠੀਕ ਹੈ ਜੀ। 14th ਨੰਬਰ ਲੀਵ ਕਰ ਦਿਓ ਜੀ, not a important, not for useful in this term। 5 step lesson plan, ਹਰਬਟ, ਇਹ ਪੇਪਰ ਦੇ ਵਿੱਚ ਪੁੱਛਿਆ ਜਾ ਸਕਦਾ ਕਿਉਂਕਿ ਜਿਹੜਾ ਵੀ ਪ੍ਰੀ ਟੀਚਿੰਗ ਐਂਟੀਟੀ ਹੈ, ਪੀਟੀਟੀ ਹੈ, ਐਂਟੀਟੀ ਹੈ, ਈਟੀਟੀ ਹੈ, ਬੀਐਡ ਹੈ, ਉਹਦੇ ਲਈ ਆਪਾਂ ਲੈਸਨ ਪਲਾਨ ਤਿਆਰ ਜ਼ਰੂਰ ਕਰਦੇ ਹਾਂ। ਤਾਂ ਉਹਦੇ ਲਈ ਇੱਕ 5 ਸਟੈਪ ਬਣਾਏ ਸੀ ਹਰਬਟ ਨੇ, ਉਸ ਹਰਬਟੀਅਨ ਮੈਥਡ ਨੂੰ ਲੈਸਨ ਪਲਾਨ ਦਾ ਨਾਮ ਦਿੱਤਾ ਗਿਆ ਹੈ ਤੇ ਹਰਬਟੀਅਨ ਮੈਥਡ ਦਾ ਨਾਮ ਦਿੱਤਾ ਗਿਆ ਹੈ, ਠੀਕ ਹੈ ਜੀ। ਸੋ ਇਹ ਯਾਦ ਰੱਖਣਾ। ਨੈਕਸਟ ਡਿਸਕਸ਼ਨ ਹੁੰਦੀ ਜੀ ਬ੍ਰੇਲ ਲਿਪੀ, ਲੂਇਸ ਬ੍ਰੇਲ। ਜੇਕਰ ਮੈਂ ਗੱਲ ਕਰਾਂ ਪੇਪਰ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਹੈ ਸਪੈਸ਼ਲ ਚਿਲਡਰਨ, ਪਲੀਜ਼ ਰਾਈਟ ਡਾਊਨ, ਵਿਸ਼ੇਸ਼ ਬੱਚਿਆਂ ਦੇ ਲਈ, ਠੀਕ ਹੈ ਜੀ। ਬਲਾਈਂਡ ਬੱਚੇ ਨੇ ਜਾਂ ਜਿਹੜੇ ਘੱਟ ਦਿਖਾਈ ਦੇ ਰਹੇ ਨੇ ਜਾਂ ਡੀਫ ਐਂਡ ਡੰਬਸ ਨੇ, ਉਹਨਾਂ ਦੀ ਅਲੱਗ-ਅਲੱਗ ਲਿਪੀ ਤਿਆਰ ਹੁੰਦੀ, ਬਟ ਜਿਹੜਾ ਮੇਨ ਜਿਹੜਾ ਮੈਥਡ ਹੈ ਉਹ ਬ੍ਰੇਲ ਲਿਪੀ ਮੈਥਡ ਦੇ ਨਾਲ ਅਟੈਚ ਹੈ। ਸੋ ਲੂਇਸ ਬ੍ਰੇਲ ਦੇ ਨਾਲ ਇਹ ਡਿਸਕਸ ਹੋਏਗਾ। ਨੈਕਸਟ ਕੰਟੈਂਟ ਹੈ ਜੀ ਬੇਸਿਕ ਐਜੂਕੇਸ਼ਨ। ਬੇਸਿਕ ਐਜੂਕੇਸ਼ਨ ਦੀ ਗੱਲ ਕਰਾਂਗੇ ਤਾਂ ਮਹਾਤਮਾ ਗਾਂਧੀ ਜੀ ਦਾ ਨਾਮ ਪਹਿਲਾਂ ਆਉਂਦਾ ਹੈ, ਕਿਉਂਕਿ ਜਿਹੜੀ ਆਪਣੀ ਪੁਰਾਤਨ ਸਿੱਖਿਆ ਹੈ, ਜਿਹੜੇ ਆਈਡਲਿਸਟਿਕ ਨੇ, ਉਹਦੇ ਵਿੱਚ ਬਾਈਪੋਲਰ ਪ੍ਰੋਸੈਸ ਜਿਹਦੇ ਵਿੱਚ ਮੌਜੂਦ ਹੈ, ਉਹ ਬੇਸਿਕ ਐਜੂਕੇਸ਼ਨ ਦੀ ਜਿਹੜੀ ਗੱਲ ਹੈ, ਜਿਹੜੀ ਆਪਾਂ ਗੱਲ ਕਰਦੇ ਨਾ ਆਪਣੇ ਚਰਖਾ ਕੱਤ ਕੇ ਆਪਦਾ ਧਾਗਾ ਤਿਆਰ ਕਰਨਾ, ਆਪਦਾ ਕਪੜਾ ਬਣਾਉਣਾ, ਆਪਦਾ ਕਪੜਾ ਪਾਣਾ। ਸੋ ਉਹਨਾਂ ਦਾ ਕਹਿਣ ਦਾ ਭਾਵ ਹੈ ਕਿ ਤੁਸੀਂ ਆਪਣਾ ਖੁਦ ਦਾ ਕਰਮ ਕਰੋ, ਖੁਦ ਕੰਮ ਕਰਕੇ ਕੁਝ ਨਵੀਂ ਚੀਜ਼ ਡਿਵੈਲਪ ਕਰਕੇ ਮਾਰਕੀਟ ਵਿੱਚ ਲਾਂਚ ਕਰੋ। ਸੋ ਦਿਸ ਇਜ਼ ਕਾਲਡ ਦਾ ਬੇਸਿਕ ਐਜੂਕੇਸ਼ਨ। ਉਹ ਐਜੂਕੇਸ਼ਨ ਹੀ ਕਿ ਜਿਹੜੀ ਕੁਝ ਤੁਹਾਨੂੰ ਸਿਖਾ ਹੀ ਨਾ ਸਕੇ, ਠੀਕ ਹੈ। ਸੋ ਐਮ.ਕੇ. ਗਾਂਧੀ ਵੱਲੋਂ ਇਹ ਮੈਥਡਸ ਜਾਂ ਐਜੂਕੇਸ਼ਨ ਤਿਆਰ ਹੋ ਸਕਦੀ ਹੈ। ਇਮੀਟੇਸ਼ਨ ਮੈਥਡ, ਅਨੁਕਰਨ, ਬੈਂਡੂਰਾ। ਹੁਣ ਮੈਂ ਜੇ ਤੁਹਾਨੂੰ ਥੋੜਾ ਜਿਹਾ ਯਾਦ ਕਰਾਵਾਂ ਬੈਂਡੂਰਾ ਭਾਜੀ ਨੂੰ, ਤੇ ਬੈਂਡੂਰਾ ਦੀ ਆਪਾਂ ਲਰਨਿੰਗ ਥਿਊਰੀ ਚ ਪੜ੍ਹਿਆ ਨਾ, ਮੋਡਲਿੰਗ ਸਿਧਾਂਤ, ਯਾਦ ਹੈ ਕਿ ਨਹੀਂ ਯਾਦ? ਮੋਡਲਿੰਗ ਥਿਊਰੀ ਬਾਰੇ ਮੈਂ ਦੱਸਿਆ ਸੀ, ਮੋਡਲਿੰਗ ਥਿਊਰੀ ਮੈਂ ਤੁਹਾਨੂੰ ਗੱਲ ਕੀਤੀ ਸੀ ਨਾ ਕਿ ਅਸੀਂ ਜਦੋਂ ਕਿਸੇ ਨੂੰ ਮਾਡਲ ਬਣਨੇ ਆ, ਮੰਨਦੇ ਆ, ਤਾਂ ਅਫਕੋਰਸ ਉਹਦੀ ਅਸੀਂ ਨਕਲ ਕਰ ਰਹੇ ਹੁੰਦੇ ਆ। ਮੰਨ ਲਓ ਇੱਕ ਬੱਚੇ ਨੇ ਆਪਣੇ ਮਾਡਲ ਨੂੰ ਆਪਣੇ ਫਾਦਰ ਨੂੰ ਮੰਨਿਆ, ਠੀਕ ਹੈ, ਤਾਂ ਉਹ ਆਪਣੇ ਫਾਦਰ ਦੀ ਨਕਲ ਕਰ ਰਿਹਾ, ਆਪਣੇ ਫਾਦਰ ਦੀ ਨਕਲ ਕਰ ਰਿਹਾ। ਇੱਕ ਪੇਰੈਂਟਸ ਨੇ ਆਪਣੇ ਬੱਚੇ ਨੇ ਆਪਣੇ ਮਦਰ ਨੂੰ ਆਪਣਾ ਆਈਡਲ ਮੰਨਿਆ, ਤਾਂ ਉਹਨੂੰ ਉਸ ਚੀਜ਼ ਨੂੰ ਨਕਲ ਕਰ ਰਿਹਾ। ਸੋ ਇਮੀਟੇਸ਼ਨ ਜਿਹੜਾ ਮੈਥਡ ਹੈ ਐਲਬਰਟ ਬੈਂਡੂਰਾ ਵੱਲੋਂ ਦਿੱਤਾ ਗਿਆ, ਤੇ ਇਹਦਾ ਸਿਧਾਂਤ ਹੈ ਲਰਨਿੰਗ ਦਾ ਮੋਡਲਿੰਗ ਥਿਊਰੀ ਆਫ ਲਰਨਿੰਗ। ਥਰੂ ਮੋਡਲਿੰਗ ਮਤਲਬ ਕਿ ਆਦਰਸ਼ਾਂ ਦੇ ਤੇ ਨਕਲ ਦੇ ਆਧਾਰ ਤੇ ਜਿਹੜਾ ਕੰਮ ਕੀਤਾ ਜਾਂਦਾ, ਠੀਕ ਹੈ ਜੀ। ਹਾਂ ਨੈਕਸਟ ਸਾਇੰਟੀਫਿਕ ਮੈਥਡ। ਸਾਇੰਟੀਫਿਕ ਮੈਥਡ ਵਿਗਿਆਨਿਕ ਵਿਧੀ ਹੈ ਜੀ, ਬੈਕਨ ਹੈ, ਇਹਦੇ ਚ ਨੋਟ ਕਰ ਲਓ ਸਾਰਾ ਕੰਮ ਐਕਸਪੈਰੀਮੈਂਟ ਤੇ ਹੁੰਦਾ ਹੈ ਜੀ। ਐਕਸਪੈਰੀਮੈਂਟ, ਕਿਸੇ ਵੀ ਚੀਜ਼ ਨੂੰ ਓਬਜ਼ਰਵ ਨਹੀਂ ਕੀਤਾ ਜਾਂਦਾ, ਸਭ ਕੁਝ ਲੌਜੀਕ ਤੇ ਗੱਲ ਹੋਏਗੀ। ਮੰਨ ਲਓ ਤੁਸੀਂ ਸਾਇੰਸ ਤਾਂ ਸਾਰਿਆਂ ਨੇ 10th ਕਲਾਸ ਤੱਕ ਤਾਂ ਪੜ੍ਹੀ ਹੋਣੀ ਹੈ। ਸੋ ਆਪਾਂ 10th ਕਲਾਸ ਤੱਕ ਜਿਹੜੇ ਬੱਚਿਆਂ ਨੂੰ ਸਾਇੰਸ ਲੈਬ ਲੈ ਕੇ ਜਾਇਆ ਜਾਂਦਾ ਸੀ, ਸਾਨੂੰ ਤਾਂ ਕਦੇ 6 ਮਹੀਨੇ ਬਾਅਦ ਕਦੇ ਇੱਕ ਵਾਰੀ ਲੈ ਕੇ ਚਲੇ ਜਾਂਦੇ ਸੀ, ਸਰ ਹਾਂਜੀ ਆ ਜਾਓ ਸਾਇੰਸ ਲੈਬ ਦੇਖ ਲਓ, ਤੇ ਸਾਇੰਸ ਲੈਬ ਦੇ ਵਿੱਚ ਇੰਨਾ ਕੁਝ ਲੱਗਿਆ ਹੁੰਦਾ ਸੀ ਤੇ ਜਸਟ ਅਸੀਂ ਫੋਟੋਜ਼ ਦੇਖ ਕੇ ਵਾਪਸ ਆ ਜਾਂਦੇ ਸੀ। ਸੋ ਅੱਜ ਉਹ ਕਮੀ ਮਹਿਸੂਸ ਹੁੰਦੀ ਹੈ, ਬਟ ਸਾਈਕੋਲੋਜੀ ਨੇ ਬਹੁਤ ਕੁਝ ਦੇ ਦਿੱਤਾ ਮੈਨੂੰ, ਸਾਈਕੋਲੋਜੀ ਨੂੰ ਬਹੁਤ ਕੁਝ ਪੂਰਾ ਕਰ ਦਿੱਤਾ। ਸੋ ਸਾਇੰਟੀਫਿਕ ਮੈਥਡ ਮੈਂ ਗੱਲ ਕਰਨਾ ਚਾਹਾਂਗਾ, ਇਹ ਸਾਇੰਟੀਫਿਕ ਮੈਥਡ ਜਿਹੜਾ ਹੈ ਜਦੋਂ ਆਪਣੀ ਸਾਇੰਸ ਸਟਾਰਟ ਹੋ ਜਾਂਦੀ ਹੈ, ਅਗਰ ਆਪਾਂ ਸਾਇੰਸ ਦੀ ਗੱਲ ਕਰਦੇ ਹਾਂ ਕਿ ਆਪਣੀ 5th ਸਟੈਂਡਰਡ ਤੋਂ ਸਟਾਰਟ ਹੈ ਜਾਂ 3rd ਸਟੈਂਡਰਡ ਤੋਂ ਸਟਾਰਟ ਹੈ, ਉਦੋਂ ਤੋਂ ਸਾਇੰਟੀਫਿਕ ਮੈਥਡ ਉਹਨੇ ਲੈਵਲ ਦੇ ਸਟਾਰਟ ਹੋ ਜਾਂਦੇ ਨੇ ਬੱਚਿਆਂ ਦੇ, ਕਿ ਬੱਚਿਆਂ ਦੇ ਵਿੱਚ ਕਿਵੇਂ ਉਸ ਚੀਜ਼ ਨੂੰ ਦੇਖ ਰਿਹਾ ਹੈ, ਉਸ ਬੱਚੇ ਨੂੰ ਉਹਦੇ ਵਿੱਚ ਕੀ ਦਿਖਾਈ ਦੇ ਰਿਹਾ ਹੈ। ਤੁਸੀਂ ਦੇਖੋਗੇ ਜਿਹੜੇ 6th 7th ਕਲਾਸ ਵਿੱਚ ਬੱਚੇ ਸਾਇੰਸ ਪੜ੍ਹ ਰਹੇ ਨੇ, ਸੋ ਉਹਨਾਂ ਦੇ ਅੱਜ ਦੇ ਮਾਈਂਡ ਵਿੱਚ ਬੜੇ ਵੱਡੇ ਕੁਐਸਚਨ ਨੇ, ਬਟ ਪੇਰੈਂਟਸ ਤੇ ਟੀਚਰ ਕਿਹੜੀ ਲੈਜ ਤੁਰ ਰਹੇ ਨੇ? ਸਿਰਫ ਮਾਰਕਸ ਤੇ, ਵੀ ਬੱਚੇ ਦੇ ਮਾਰਕਸ ਆ ਜਾਣ। ਮੇਰਾ ਬੱਚਾ ਮੇਰੇ ਗੁਆਂਢੀ ਤੋਂ ਨੰਬਰ ਘੱਟ ਕਿਉਂ ਲੈ ਰਿਹਾ, ਮੇਰਾ ਬੱਚਾ ਮੇਰੇ ਰਿਲੇਟਿਵ ਦੇ ਬੱਚੇ ਤੋਂ ਨੰਬਰ ਘੱਟ ਕਿਉਂ ਲੈ ਰਿਹਾ, ਦੈਟਸ ਇਟ। ਤੇ ਟੀਚਰਸ ਵੱਲੋਂ ਇਹੋ ਕੰਪਲੇਂਟਸ ਰਹਿੰਦੀਆਂ ਨੇ ਕਿ ਤੁਹਾਡਾ ਬੱਚਾ ਪੜ੍ਹਦਾ ਨਹੀਂ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਬੱਚਾ ਨਹੀਂ ਪੜ੍ਹਦਾ ਉਹਦਾ ਰੀਜ਼ਨ ਕੀ ਹੈ? ਰੀਜ਼ਨ, ਵਟ ਇਜ਼ ਦਾ ਰੀਜ਼ਨ ਬਿਹਾਈਂਡ ਇਟ? ਕਦੇ ਇਹਦੇ ਉੱਤੇ ਕੰਮ ਕੀਤਾ? ਕਦੇ ਨਹੀਂ ਹੋਇਆ ਕੰਮ।
ਸਟੂਡੈਂਟ ਸੇ ਕਦੇ ਵੀ ਕੰਮ ਨਹੀਂ ਹੋਇਆ ਕਿਉਂਕਿ ਸਾਡੇ ਕੋਲ ਟਾਈਮ ਹੀ ਹੈ ਨਹੀਂ, ਅਸੀਂ ਜਸਟ ਮਾਰਕਸ ਤੇ ਡਿਪੈਂਡ ਕਰਦੇ ਹਾਂ, ਠੀਕ ਹੈ ਨਾ, ਕਲੀਅਰ ਮਾਰਕਸ ਤੇ ਗੱਲ ਕਰਦੇ ਹਾਂ, ਮਾਰਕਸ ਆ ਗਏ ਪਾਸ ਹੋ ਗਿਆ ਦੈਟਸ ਇਟ, ਠੀਕ ਹੈ। ਤੇ ਤੁਸੀਂ ਕੋਈ ਵੀ ਸਟੂਡੈਂਟ ਤੋਂ ਪੁੱਛ ਕੇ ਦੇਖ ਲਓ, ਅੱਜ ਕੱਲ ਇੰਗਲਿਸ਼ ਦੇ ਉੱਤੇ ਇੰਨਾ ਹਊਆ ਸਵਾਰ ਹੈ, 79 ਨੂੰ ਪੰਜਾਬੀ ਚ ਪੁੱਛ ਕੇ ਦੇਖ ਲਓ ਤੇ 100 ਦੇ ਵਿੱਚੋਂ 60 ਬੱਚਿਆਂ ਨੂੰ 79 ਨੂੰ ਪੰਜਾਬੀ ਚ ਪਤਾ ਨਹੀਂ ਹੋਣਾ। ਇਹ ਰਾਈਟ, ਇਹ ਰਿਐਲਿਟੀ ਹੈ। ਜਨਰਲ ਟਰਮਸ ਦੀ ਮੈਂ ਗੱਲ ਕਰਦਾ, ਨੌਲੇਜ ਦੀ ਤਾਂ ਹਲੇ ਮੈਂ ਗੱਲ ਹੀ ਨਹੀਂ ਕਰ ਰਿਹਾ, ठीक है। 89 ਨੂੰ ਤੁਸੀਂ ਪੁੱਛ के वे लोग, हाँ जी स्टूडेंट 89 को पंजाबी और इंग्लिश हिंदी में क्या बोलते हैं, 89 को 89 ही बोलते हैं, ठीक है। सो ये प्रॉब्लम है। नेक्स्ट आ गई जी रोल प्ले मेथड। रोल प्ले मेथड मोरेनो ने बनाया है, ये खास करके पंजाबी, हिंदी, इंग्लिश ਦੇ ਜਿਹੜੇ ਨਾਟਕ ਹੁੰਦੇ ਨੇ, ਇਕਾਂਗੀਆਂ ਹੁੰਦੀਆਂ ਨੇ ਵੱਡੀਆਂ ਕਲਾਸਾਂ ਦੇ ਵਿੱਚ, ਬਿਲਕੁਲ ਠੀਕ ਹੈ ਜੀ, ਹਾਂਜੀ ਨਿਰਮਲ। ਸੋ ਇਹ ਤਿੰਨੋਂ ਲੈਂਗੁਏਜ ਦੇ ਵਿੱਚ ਜਿਹੜੇ ਪਾਤਰ ਬਣਾਏ ਜਾਂਦੇ ਨੇ ਉਹਦੇ ਵਿੱਚ ਰੋਲ ਪਲੇ ਮੈਥਡ ਅਪਲਾਈ ਹੁੰਦਾ। ਰੋਲ ਪਲੇ ਮੈਥਡ ਅਪਲਾਈ ਤਾਂ ਕਰਵਾਇਆ ਜਾਂਦਾ ਤਾਂ ਕਿ ਬੱਚਾ ਲੰਬੇ ਲੰਬੇ ਨਾਟਕਾਂ ਨੂੰ, ਲੰਬੀਆਂ ਲੰਬੀਆਂ ਕਹਾਣੀਆਂ ਨੂੰ ਯਾਦ ਰੱਖ ਸਕੇ। ਸੋ ਮੈਮਰੀ ਉੱਤੇ ਕੰਮ ਕਰਦਾ ਹੈ ਰੋਲ ਪਲੇ ਮੈਥਡ ਵੱਡੀਆਂ ਜਮਾਤਾਂ, ਠੀਕ ਹੈ। ਸੋ ਇਹ ਸੀ ਜੀ ਆਪਣੇ ਟੀਚਿੰਗ ਮੈਥਡਸ। ਇਹਦੇ ਨਾਲ ਰਿਲੇਟਡ ਬਹੁਤ ਸਾਰੇ ਕੁਐਸਚਨ ਤੁਹਾਨੂੰ ਜ਼ਰੂਰੀ ਨਹੀਂ ਹੈ ਕਿ ਡਾਇਰੈਕਟ ਮਿਲਣ, ਬਟ ਤੁਹਾਡੀਆਂ ਇਸ ਕੰਮ ਦੇ ਪ੍ਰਤੀ ਸੈਂਸਿਸ ਖੁੱਲ ਗਈਆਂ ਨੇ ਵੀ ਕਰਿਕੂਲਮ ਤੇ ਮੈਥਡੋਲੋਜੀ ਕੀ ਹੈ। ਜਦੋਂ ਇਹਦੇ ਕੁਐਸਚਨ ਡਿਸਕਸ ਹੋਣਗੇ, ਇਹਦੇ ਬਾਰੇ ਡਿਸਕਸ਼ਨ ਹੋਏਗੀ, ਇਹਦੇ ਬਾਰੇ PDF ਤੁਹਾਨੂੰ ਮਿਲੇਗੀ, ਤਾਂ ਹੋਰ ਵੀ ਜਿਹੜੀਆਂ ਨੇ ਡਾਊਟਸ ਰੀਡ ਹੋ ਜਾਣਗੇ। ਹਾਂ ਰਾਈਟ, ਰੋਲ ਪਲੇ ਮੈਥਡ ਦੇ ਵਿੱਚ ਇੱਕ ਮੈਂ ਕੌਣ ਕਹਿ ਰਿਹਾ, ਚਰਨਜੀਤ, ਰੋਲ ਪਲੇ ਦੇ ਵਿੱਚ ਕੀ ਹੈ, ਮੈਂ ਬੇਸਿਕਲੀ ਜਿਹੜਾ ਕੀ ਹੈ ਰੋਲ ਪਲੇ ਜਿਹੜਾ ਮੈਥਡ ਹੈ ਉਹ ਜ਼ਿਆਦਾ ਰੋਲ ਪਲੇ ਮੈਥਡ ਹੈ ਨਾ ਉਹ ਵੱਡੀਆਂ ਕਲਾਸਾਂ 'ਚ ਹੁੰਦਾ। ਰੋਲ ਪਲੇ ਜਿਹੜਾ ਹੁਣ ਮੰਨ ਲਓ ਛੋਟੀ ਕਲਾਸ, ਉਹ ਤਾਂ ਚਾਈਲਡ ਸੈਂਟਰਡ ਹੋ ਗਿਆ, ਪਲੇਵੇ ਮੈਥਡ ਹੋ ਗਿਆ, ਹੋਰ ਬਹੁਤ ਮੈਥਡਸ ਨੇ ਜਿਹੜੇ ਅਪਲਾਈ ਹੋ ਰਹੇ ਨੇ, ਪਰ ਮੋਸਟਲੀ ਜਿਹੜੀ ਗੱਲ ਹੈ ਉਹ ਵੱਡੀਆਂ ਕਲਾਸਾਂ ਦੇ ਲਈ ਇੰਪਲੀਮੈਂਟ ਰੋਲ ਪਲੇ ਮੈਥਡ ਜ਼ਿਆਦਾ ਹੁੰਦਾ ਹੈ, ਰਾਈਟ। ਸੋ ਸਰ 13 वाली स्लाइड शो करना। प्रोग्राम इंस्ट्रक्शन जी सर। होगी जी ओपन। ओके सर जी ਇਹਦੇ ਵਿੱਚ ਹਾਂਜੀ ਚਰਨਜੀਤ, ਹਾਂਜੀ ਬੋਲੋ ਕੁਝ। ਚਰਨਜੀਤ ਕੁਝ ਕਹਿ ਰਹੇ ਸੀ, डिस्कस कर लो, कुछ कहना चाहते हो। गुड इवनिंग सर। गुड इवनिंग जी, गुड इवनिंग। ਸਰ ਮੈਂ ਪ੍ਰਾਇਮਰੀ ਸਕੂਲ 'ਚ ਹੀ ਟੀਚ ਕਰਦੀ ਹਾਂ, ਮਤਲਬ ਹਾਂਜੀ ਜ਼ਿਆਦਾ ਤੁਸੀਂ ਸਹੀ ਕਿਹਾ ਵੀ ਰੋਲ ਪਲੇ ਮੈਥਡ ਵੀ ਹਾਇਰ ਕਲਾਸਿਸ 'ਚ ਜ਼ਿਆਦਾ ਯੂਜ਼ ਹੋ ਰਿਹਾ ਹੈ। ਨਹੀਂ ਮੈਂ ਲਿਸਨ ਰੋਲ ਪਲੇ ਮੈਥਡ ਮੋਸਟ ਪ੍ਰੋਬੇਬਲੀ ਹਿੰਦੀ, ਪੰਜਾਬੀ, ਇੰਗਲਿਸ਼ ਲੈਂਗੁਏਜ ਦੇ ਸਬ ਟੌਪਿਕਸ, ਇਕਾਂਗੀ ਨਾਟਕ, ਕਹਾਣੀਆਂ ਨੂੰ ਪੜ੍ਹਾਉਣ ਦੇ ਲਈ ਵਰਤਿਆ ਜਾਂਦਾ ਹੈ। ਨਾਓ ਹੁਣ ਤੁਸੀਂ ਬੋਲੋ। ਹਾਂਜੀ ਉਹ ਸਰ ਤਾਂ ਹੈ, ਠੀਕ ਹੈ ਤੁਹਾਡੀ ਗੱਲ। ਮਤਲਬ ਪ੍ਰਾਇਮਰੀ ਲੈਵਲ 'ਚ ਉਹ ਏਦਾਂ ਕਰਦੇ ਨੇ ਵੀ ਜਿਵੇਂ ਕੋਈ ਬੱਚੇ ਨੂੰ ਅਸੀਂ ਪਹਿਲਾਂ ਸਟੋਰੀ ਸੁਣਾ ਦਿੱਤੀ ਹੈ, ਗੁੱਡ, ਤੇ ਉਸ ਤੋਂ ਬਾਅਦ ਮਤਲਬ ਉਹਨਾਂ ਨੇ ਸਾਨੂੰ ਕਿਹਾ ਵੀ ਜਦੋਂ ਇੱਕ ਹੀ ਟੀਚਰ ਹੈ ਉਹ ਸਟੋਰੀ ਸੁਣਾ ਰਿਹਾ ਬੱਚੇ ਨੂੰ, ਤੇ ਅਸੀਂ ਅਲੱਗ-ਅਲੱਗ ਜਿੱਦਾਂ ਕਿ ਮਾਸਕ ਵਗੈਰਾ ਯੂਜ਼ ਕਰਕੇ ਨਾ ਆਪਣੇ ਫੇਸ ਤੇ, ਜੇ ਕੋਈ ਐਨੀਮਲਸ ਦੀ ਸਟੋਰੀ ਸੁਣਾ ਰਹੇ ਆ ਕੁਝ ਵੀ ਹੈ, ਤੇ ਉਹ ਅਸੀਂ ਉਹਨਾਂ ਨੂੰ ਵਿਦ ਐਕਸ਼ਨਸ ਉਹਨਾਂ ਦੀ ਆਵਾਜ਼ ਨਿਕਾਲ ਕੇ ਮਤਲਬ ਕਰਵਾਉਂਦੇ ਆ। ਉਸ ਤੋਂ ਬਾਅਦ ਫਿਰ ਅਲੱਗ-ਅਲੱਗ ਬੱਚੇ ਨੂੰ ਉਹੀ ਮਾਸਕ ਦੇ ਦਿੱਤੇ ਜਾਂਦੇ ਨੇ, ਤੇ ਉਹਨਾਂ ਨੂੰ ਮਤਲਬ ਫਿਰ ਕਿਹਾ ਜਾਂਦਾ, ਕਿਉਂਕਿ ਉਹਨਾਂ ਦੇ ਲੈਵਲ ਤੇ ਜਾ ਕੇ ਵੀ ਉਹਨਾਂ ਨੂੰ ਫਿਰ ਕਿਹਾ ਜਾਂਦਾ ਵੀ ਤੁਸੀਂ ਰੋਲ ਪਲੇ ਕਰੋ, ਰਾਈਟ, ਜੇ ਐਨੀਮਲਸ ਦੇ ਰਿਲੇਟਡ ਹੈ ਜਾਂ ਕਿਸੇ ਵੀ ਟੌਪਿਕ ਤੇ, ਰਾਈਟ। ਫਿਰ ਉਹਦੇ ਨਾਲੇ ਇੰਨੇ ਨਾਲ ਪਤਾ ਲੱਗ ਜਾਂਦਾ ਕਿ ਬੱਚੇ ਦੀ ਮੈਮਰੀ ਕਿੰਨੀ ਕੁ ਅੱਛੀ ਹੈ, ਮਤਲਬ ਉਹਨੂੰ ਕਿੰਨਾ ਕੁ ਯਾਦ ਹੈ ਕਿ ਹਾਂ ਮੈਂ ਕਿਹੜਾ ਐਨੀਮਲ ਦਾ ਰੋਲ ਪਲੇ ਕਰ ਰਿਹਾ, ਉਹਨੇ ਕੀ ਕਿਹਾ ਸੀ ਜਾਂ ਉਸਨੇ ਕੀ ਮਤਲਬ ਰਿਐਕਸ਼ਨ ਦਿੱਤਾ, ਕੁਝ ਵੀ ਹੈ। ਰਾਈਟ, ਤੁਹਾਡੀ ਗੱਲ ਬਿਲਕੁਲ ਸਹੀ ਹੈ। ਮੈਂ ਥੋੜਾ ਜਿਹਾ ਨਰਿਸ਼ ਕਰ ਦੇਣਾ ਚਰਨਜੀਤ ਤੁਹਾਡੀ ਗੱਲ ਨੂੰ। ਚਰਨਜੀਤ ਨੇ ਬਿਲਕੁਲ ਸਹੀ ਕਿਹਾ ਕਿ ਜਿਹੜੀ ਪ੍ਰਾਇਮਰੀ ਨੋਟ ਇਨ ਪ੍ਰੀ ਪ੍ਰਾਇਮਰੀ, ਓਨਲੀ ਪ੍ਰਾਇਮਰੀ, ਕਿਉਂਕਿ ਪ੍ਰੀ ਪ੍ਰਾਇਮਰੀ ਦੇ ਵਿੱਚ ਸਟੋਰੀਜ਼ ਨਹੀਂ ਹੁੰਦੀਆਂ। ਪ੍ਰਾਇਮਰੀ ਜਿਹੜੀ ਸਟੇਜ ਹੈ ਉਹਦੇ ਵਿੱਚ ਬਿਲਕੁਲ ਸਹੀ ਹੈ ਚਰਨਜੀਤ, ਇਸ ਗੱਲ ਨੂੰ ਮੈਂ ਵੀ ਆਪਣੀ ਨੌਲੇਜ ਦੇ ਵਿੱਚ ਐਡ ਕਰ ਰਿਹਾ। ਪ੍ਰਾਇਮਰੀ ਸਟੇਜ ਦੇ ਵਿੱਚ ਜਿਹੜੀਆਂ ਅੱਜਕੱਲ ਸਟੋਰੀਜ਼ ਨੇ ਉਹ ਰੋਲ ਪਲੇ ਮੈਥਡ ਦੇ ਨਾਲ ਸਿਖਾਈ ਜਾਂਦੀਆਂ ਨੇ। ਅਧਿਆਪਕ ਇੱਕ ਐਨੀਮਲਸ ਦਾ ਰੋਲ ਪਲੇ ਕਰਦਾ ਹੈ ਤੇ ਬੱਚੇ ਉਹਦੇ ਮਗਰ ਰੋਲ ਪਲੇ ਕਰਦੇ ਨੇ। ਮੈਂ ਤੁਹਾਨੂੰ ਇੱਕ ਲਾਈਵ ਦਾ ਇੱਕ ਸਿਸਟਮ ਦੱਸਾਂ। ਸੁਕਰਾਤ ਨੇ ਗੱਲ ਕੀਤੀ ਸੀ, ਸ਼ਾਇਦ ਤੁਹਾਨੂੰ ਪਤਾ ਹੋਵੇ, ਮੈਂ ਲਾਈਨ ਉਸ ਦਿਨ ਲਿਖੀ ਵੀ ਸੀ, I know that I know nothing। बस एक मिनट है ताकि आप आगे चल, मैं नेक्स्ट लेक्चर लगाना है।
मैं जानता हाँ कि मैं कुछ नहीं जानता, ये सुकरात दे शब्द सी। कितनी अच्छी गल लिखी है। ते असी हाँ जी, असी अगर कुछ सीख लेंगे ना तो असी बंदे नूं बंदा नहीं समझते। ये रियलिटी है अपनी ह्यूमन एटीट्यूड दी। ये जरूरी नहीं हैगा भी ਅਸੀਂ ਜੋ ਸਿੱਖ ਲਿਆ ਹੈ ਤੇ ਅਸੀਂ ਉਹਦੇ ਤੱਕ ਬਹੁਤ ਅੱਗੇ ਤੱਕ ਜਾਵਾਂਗੇ, ਕਿਉਂਕਿ ਦੇਖੋ ਚਰਨਜੀਤ ਨੇ ਜਿਹੜੀ ਗੱਲ ਕੀਤੀ ਹੈ ਬੜੀ ਅੱਛੀ ਮੈਨੂੰ ਲੱਗੀ ਹੈ ਕਿ ਪ੍ਰੀ ਪ੍ਰਾਇਮਰੀ ਦੇ ਵਿੱਚ ਨਹੀਂ, ਉਹਨੇ ਕੁਐਸਚਨ ਦੇਖੋ ਰਾਈਜ਼ ਹੁੰਦਾ ਹੈ, ਪ੍ਰੀ ਪ੍ਰਾਇਮਰੀ ਦੇ ਵਿੱਚ ਰੋਲ ਪਲੇ ਨਹੀਂ ਹੁੰਦਾ ਬਟ ਪ੍ਰਾਇਮਰੀ ਦੇ ਵਿੱਚ ਰੋਲ ਪਲੇ ਮੈਥਡ ਅਪਲਾਈ ਹੁੰਦਾ ਹੈ। ਇਸ ਗੱਲ ਨੂੰ ਮੈਂ ਕੰਟੈਂਟ ਨੂੰ ਜਸਟ ਕੰਮ ਕਰਦਾ, ਪ੍ਰੈਕਟੀਕਲ ਕੰਮ ਕਰਦਾ, ਪ੍ਰੀ ਪ੍ਰਾਇਮਰੀ ਤੇ ਰੋਲ ਪਲੇ ਨਹੀਂ ਹੋਏਗਾ ਕਿਉਂਕਿ ਬੱਚਾ 19 ਸੈਂਸਿਸ ਨੂੰ ਯੂਜ਼ ਨਹੀਂ ਕਰ ਰਿਹਾ। ਬਟ ਪ੍ਰਾਇਮਰੀ ਜਦੋਂ ਲੈਵਲ ਬੱਚੇ ਦਾ ਬਣਦਾ ਹੈ ਤਾਂ ਉਹ ਰੋਲ ਪਲੇ ਪੂਰੀ ਤਰ੍ਹਾਂ ਕਰਦਾ ਹੈ। ਠੀਕ ਹੈ ਜੀ, ਸੋ ਇਹ ਚੀਜ਼ ਮੈਂ ਆਪਣੇ ਆਪ ਵਿੱਚ ਵੀ ਐਡ ਕਰ ਲਈ। ਸੋ ਸੁਕਰਾਤ ਦੇ ਸ਼ਬਦਾਂ ਨੂੰ ਆਪਣੀ ਲਾਈਫ ਵਿੱਚ ਮੈਂ ਹਮੇਸ਼ਾ ਢਾਲਦਾ ਕਿ ਕਦੇ ਵੀ ਮੈਂ ਜਦੋਂ ਕਿਸੇ ਨੂੰ ਸੁਣਦਾ ਨਾ ਤਾਂ ਮੈਂ ਇਹ ਗੱਲ ਸੋਚ ਕੇ ਸੁਣਦਾ ਕਿ ਮੈਂ ਜਾਣਦਾ ਹਾਂ ਕਿ ਮੈਂ ਕੁਝ ਨਹੀਂ ਜਾਣਦਾ। ਜਿਹੜਾ ਬੰਦਾ ਆਪਣੇ ਆਪ ਨੂੰ ਜਾਣਦਾ ਨਾ ਦੈਨ ਉਹ ਬਹੁਤ ਕੁਝ ਅਚੀਵ ਕਰ ਲੈਂਦਾ ਹੈ। ਰਾਈਟ सर 14 हाँ जी सर 14 मेथड एक्सप्लेन कर दो, विनेटिका मेथड। करो जी नोट। ये जो मेथड है नोट कर लो। जस्ट वेट। सर मैं एक्सप्लेन करन ਲਈ ਗਿਆ ਸੀ, ਮੈਨੂੰ ਕਲੀਅਰ ਨਹੀਂ ਹੋ ਰਿਹਾ ਸੀ। मैं एक्सप्लेन करा या तुसी एक्सप्लेन करोगे? नो सर तुसी हाँ एक्सप्लेन कर देना कर। हाँ जी। ਵੈਨੇਟਿਕਾ ਮੈਥਡ ਦੇ ਵਿੱਚ ਸਭ ਤੋਂ ਪਹਿਲੀ ਗੱਲ ਹੈ ਜੀ, ਬੱਚੇ ਨੂੰ ਪੂਰੀ ਤਰ੍ਹਾਂ ਫ੍ਰੀडम ਹੁੰਦੀ ਹੈ ਜੀ, ਸੁਤੰਤਰ ਹੁੰਦੇ ਨੇ। ਠੀਕ ਹੈ। ਦੂਸਰੇ ਨੰਬਰ ਤੇ ਜਿਹੜਾ ਕਰਿਕੂਲਮ ਹੈ ਨਾ, ਕਰਿਕੂਲਮ ਮਤਲਬ ਕਿ ਪਾਠਕ੍ਰਮ ਹੈ ਜਾਂ ਟੌਪਿਕ ਹੈ, ਉਹਨੂੰ ਸਮੋਲ ਭਾਗਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ। ਠੀਕ ਹੈ जी सर। ਹਾਲੇ ਗੱਲ ਮੇਰੀ ਪੂਰੀ ਨਹੀਂ ਹੋਈ। ਉਹਦਾ ਕੀ ਹੁੰਦਾ, ਇੱਕ ਜਿਹੜਾ ਪਾਰਟ ਜਦੋਂ ਪੂਰਾ ਹੋ ਜਾਂਦਾ ਹੈ, ਬੱਚਾ ਦੂਸਰਾ ਪਾਰਟ ਹੁੰਦਾ ਕਰਦਾ ਹੈ। ਟੀਚਰ ਮਤਲਬ ਕੀ ਕਰਵਾਉਂਦਾ ਜਾਂ ਬੱਚੇ ਕਰਦੇ ਨੇ। ਮੰਨ ਲਓ ਇੱਕ ਕੰਟੈਂਟ ਦੇ ਆਪਾਂ 4 ਪਾਰਟ ਕਰਤੇ, ਇੱਕ ਹੋਏਗਾ, 2 ਹੋਣਗੇ, 3 ਹੋਣਗੇ, 4 ਹੋਣਗੇ, ਦੈਨ ਚਾਰਾਂ ਨੂੰ ਕੰਬਾਈਨਡ ਫਿਰ ਕੀਤਾ ਜਾਏਗਾ। ਦਿਸ ਇਜ਼ ਕਾਲਡ ਦਾ ਵੈਨੇਟਿਕਾ ਮੈਥਡ। ਸੋ ਇਹਦੇ ਵਿੱਚ ਟੌਪਿਕ ਨੂੰ, ਕੰਟੈਂਟ ਨੂੰ ਛੋਟੇ ਛੋਟੇ ਭਾਗਾਂ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ ਤੇ ਬੱਚੇ ਦੇ ਅਧਿਆਪਕ ਨੂੰ ਪੂਰੀ ਤਰ੍ਹਾਂ ਸੁਤੰਤਰਤਾ ਹੁੰਦੀ ਹੈ ਵੀ ਆਪਣੇ ਉਹ ਕੰਟੈਂਟ ਨੂੰ ਕਿਵੇਂ ਕਰਵਾਵੇ। ਦੈਟ ਇਜ਼ ਕਾਲਡ ਦਾ ਵੈਨੇਟਿਕਾ ਮੈਥਡ। ਠੀਕ ਹੈ ਜੀ, ਮੇਰੀ ਕਲਾਸ ਨੈਕਸਟ ਸਟਾਰਟ ਹੋਣ ਜਾ ਰਹੀ ਹੈ। ਸੋ ਅੱਜ ਦਾ ਟੌਪਿਕ ਇੰਨਾ ਹੀ ਸੀ। ਸਹੀ ਲੱਗਿਆ ਸਾਰਿਆਂ ਨੂੰ? ਆਪਾਂ ਕੱਲ ਟੌਪਿਕ ਦੇ ਲਈ ਫਿਰ ਮਿਲਾਂਗੇ, ਨਵੇਂ ਟੌਪਿਕ ਦੇ ਲਈ। ਜਲਦੀ ਉਹਨਾਂ ਆਪਣੇ ਟੌਪਿਕ ਕੰਪਲੀਟ ਹੋਣਗੇ। ਸਮੋਲ ਟੌਪਿਕ ਨੇ, ਛੋਟੇ ਛੋਟੇ ਬੜੇ ਅੱਛੇ, ਤੇ ਆਪਣਾ ਤੁਸੀਂ ਟਾਈਮ ਲਗਾਓ। ਨਿਸ਼ੂ ਥੈਂਕ ਯੂ, ਸਭ ਨੂੰ ਥੈਂਕ ਯੂ। ਸੋ 27 ਨੂੰ ਇਹ ਨਾ ਸੋਚੋ ਪੇਪਰ ਨਹੀਂ ਹੈ, ਆਪਾਂ ਆਪਣਾ ਟਾਰਗੇਟ ਪੂਰਾ ਕਰੀਏ। ਇੱਕ ਦਿਨ ਤੁਹਾਡਾ ਲੈਕਚਰ ਸਿਰਫ ਆਪਣੀ ਜਨਰਲ ਟਾਕਿੰਗਸ ਤੇ ਹੋਏਗਾ, ਸਾਈਕੋਲੋਜੀ ਦੀਆਂ, ਨੋਟ ਅ ਕੰਟੈਂਟ। ਠੀਕ ਹੈ। ਸੋ ਆਪਣੇ ਲਈ ਲਾਈਫ ਨੂੰ ਬੈਟਰ ਬਣਾਉਣ ਦੇ ਲਈ ਹੋਏਗਾ। ਇਹ ਤੁਹਾਡੇ ਲਈ ਇੱਕ ਇਨਸੈਂਟਿਵ ਸਮਝ ਲਿਆ ਜੇ ਵੀ ਜ਼ਰੂਰੀ ਮਤਲਬ ਕਿ ਕੰਟੈਂਟ ਨਹੀਂ ਸੀ ਤਾਂ ਉਹ ਸਾਰੇ ਦਾ ਨਿਚੋੜ ਹੋਏਗਾ ਉਹ ਲੈਕਚਰ ਦੇ ਵਿੱਚ। ਠੀਕ ਹੈ। ਸੋ ਅੱਜ ਦੇ ਲਈ ਇੰਨਾ ਹੀ, ਆਪਾਂ ਮਿਲਦੇ ਹਾਂ ਕੱਲ। ਜੋ ਵੀ ਸਕੇਡਿਊਲ ਹੋਏਗਾ ਉਹ ਤੁਹਾਨੂੰ ਪਤਾ ਚੱਲ ਜਾਏਗਾ। ਠੀਕ ਹੈ ਜੀ, ਤੁਹਾਡੇ ਲੈਕਚਰ। ਠੀਕ ਹੈ ਅੰਜਲੀ, ਓਕੇ ਜੀ। ਮੈਨੂੰ ਵੀ ਅੱਛਾ ਲੱਗਦਾ ਹੈ ਕਿ ਜਦੋਂ ਅੱਛੇ ਸਟੂਡੈਂਟਸ, ਲਰਨਰਸ ਸਭ ਡਿਸਕਸ਼ਨ ਕਰਦੇ ਨੇ, ਅੱਛਾ ਲੱਗਦਾ ਹੈ। ਠੀਕ ਹੈ ਜੀ, ਹਾਂਜੀ ਥੈਂਕ ਯੂ। ਉੱਠ ਰਿਹਾ ਕਿਤੇ, ਮੈਨੂੰ ਤਾਂ ਨੀਂਦ ਆ ਗਈ।
ਭਾਜੀ ਕਿਹੜੀ ਆਈਡੀ ਲੈਣੀ, 3 ਵਾਲੀ? ਆਈ ਲਾ ਕੇ ਵੇਖੋ ਤੇ ਲਾਣੀ ਆਪਣੀ ਤਾਂ ਆਈ ਹੈ ਰਾਹਤ ਆਨਲਾਈਨ 23 @gmail ZK3 gmail.com ठीक है, पहले देख राहत ऑनलाइन FZK3 ठीक है पासवर्ड पासवर्ड है देश @19 देश का जी बता @19 करो साइड सर जी भी मैं मेल करती डेस्क कर दो स्टॉप रिकॉर्डिंग की नहीं, थोड़ी स्टॉप रिकॉर्डिंग करनी है ना सर, उधर वाला बात